ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਹਾਂਜੀ, ਇਹ ਜੋ ਪਹਿਲਾ ਬੀਜ ਮੰਤਰ ਹੈ ਇਸ ਦਾ ਸ਼ੁੱਧ ਉਚਾਰਨ ਕਰਨਾ ਹੈ, ਜਿਸ ਤਰ੍ਹਾਂ ਕੀਤਾ ਗਿਆ ਹੈ। ਪਹਿਲਾਂ ਉਚਾਰਨ ਕਰਨਾ ਹੈ ਇੱਕ, ਫਿਰ ਬੋਲਣਾ ਓੰਕਾਰ। ਕਈ ਇਸ ਦਾ ਉਚਾਰਨ ਏਕੰਕਾਰ ਕਰਦੇ ਹਨ ਜਾਂ ਏਕ ਓੰਕਾਰ ਕਰਦੇ ਹਨ। ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੈ ਉਹ ਇਸ ਤਰ੍ਹਾਂ ਉਚਾਰਨ ਕਰਦੇ ਨੇ, ਜਿਹੜਾ ਬਿਲਕੁਲ ਅਸ਼ੁੱਧ ਹੈ, ਜਾਂ ਇੱਕ ਓਮ ਉਚਾਰਨ ਕਰਦੇ ਹਨ। ਪਰ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਨੇ ਇਸ ਦਾ ਉਚਾਰਨ ਸਾਨੂੰ ਬੀਜ ਮੰਤਰ ਦਾ ਦੱਸਿਆ ਹੈ। ਜਿਵੇਂ ਓੰਕਾਰ ਬਾਣੀ ਹੈ, ਉਹਦੇ ਵਿੱਚ ਵੀ ਮਹਾਰਾਜ ਦੇ ਬਚਨ ਹਨ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿੱਤ। ਯਾਨੀ ਜਿਹੜਾ ਓੰਕਾਰ ਉਚਾਰਨ ਕਰਨਾ ਹੈ, ਇਹ ਊੜਾ ਖੁੱਲ੍ਹੇ ਮੂੰਹ ਵਾਲਾ ਊੜਾ ਉਚਾਰਨ ਕਰਨਾ, ਬੰਦ ਮੂੰਹ ਵਾਲਾ ਊੜਾ ਨਹੀਂ ਉਚਾਰਨ ਕਰਨਾ। 52 ਅੱਖਰੀ ਦੇ ਵਿੱਚ ਵੀ, ਜਿਹੜੀ ਭਗਤਾਂ ਦੀ ਬਾਣੀ ਦੇ ਵਿੱਚ 52 ਅੱਖਰੀ ਆ, ਉਹਦੇ ਵਿੱਚ ਵੀ ਇਹ ਉਚਾਰਨ ਹੈ, ਓੰਕਾਰ ਆਦਿ ਮੈਂ ਜਾਨਾ, ਲਿਖ ਹਰ ਮੇਟੈ ਤਾਹਿ ਨਾ ਮਾਨਾ। ਦਸਮ ਗ੍ਰੰਥ ਦੇ ਵਿੱਚ ਵੀ, 10ਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੀ ਇਹ ਓੰਕਾਰ ਦਾ ਉਚਾਰਨ ਮਹਾਰਾਜ ਨੇ ਲਿਖਿਆ ਹੈ। ਪ੍ਰਥਮੇ ਓੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋਰਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਵਾਰਾਂ ਦੇ ਵਿੱਚ, ਕਵਿਤਾਂ ਦੇ ਵਿੱਚ ਬਹੁਤ ਥਾਵਾਂ 'ਤੇ ਓੰਕਾਰ ਪਦ ਵਰਤਿਆ ਹੈ। ਉੱਥੇ ਵੀ ਓੰਕਾਰ ਦਾ ਜਿਹੜਾ ਲਿਖਤ ਦੇ ਵਿੱਚ ਊੜਾ ਖੁੱਲ੍ਹੇ ਮੂੰਹ ਵਾਲਾ, ਐੜੇ ਉੱਤੇ ਟਿੱਪੀ, ਕੱਕੇ ਕੰਨਾ, ਰਾਰਾ ਉਚਾਰਨ ਕਰਨਾ ਹੈ। ਇਕੱਠਾ ਹੀ ਬੋਲਣਾ ਹੈ। ਪਹਿਲਾਂ ਬੋਲਣਾ ਹੈ ਜਿਹੜਾ ਇੱਕ, ਯਾਨੀ ਜਿਹੜੀ ਗਣਤ ਵਿੱਦਿਆ ਦਾ ਏਕਾ ਹੈ, ਇਸ ਦਾ ਉਚਾਰਨ ਇੱਕ ਕਰਨਾ ਹੈ। ਕਈ ਇਸ ਦਾ ਉਚਾਰਨ ਇੱਕ ਕਰ ਜਾਂਦੇ ਹਨ। ਇੱਕ ਵੀ ਅਸ਼ੁੱਧ ਉਚਾਰਨ ਹੈ, ਈੜੀ ਸਿਹਾਰੀ ਕੱਕਾ ਇੱਕ। ਦੂਸਰਾ ਉਚਾਰਨ ਕਰਨਾ ਓੰਕਾਰ, ਇਸ ਤਰ੍ਹਾਂ ਸ਼ੁੱਧ ਬੋਲਣਾ ਹੈ। ਸੰਪਰਦਾ ਦੇ ਵਿੱਚ ਇਸ ਤਰ੍ਹਾਂ ਸ਼ੁੱਧ ਉਚਾਰਨ ਦੱਸਿਆ ਜਾਂਦਾ ਹੈ, ਇੱਕ ਓੰਕਾਰ। ਫਿਰ ਅੱਗੇ ਹੈ ਸਤਨਾਮ। ਇਹ ਵੀ ਸਤਨਾਮ ਨਹੀਂ ਕਹਿਣਾ ਹੈ, ਕਈ ਇਕੱਠਾ ਹੀ ਬੋਲ ਜਾਂਦੇ ਹਨ ਸਤਨਾਮ। ਜਿਹੜਾ ਸਤ ਪਦ ਹੈ ਇਹ ਥੋੜ੍ਹਾ ਜਿਹਾ ਕੱਸ ਕੇ ਉਚਾਰਨ ਕਰਨਾ ਹੈ, ਸਤ ਨਹੀਂ ਕਹਿਣਾ ਹੈ, ਸਤ ਨਾਮ। ਅਤੇ ਅੱਗੇ ਹੈ ਕਰਤਾ ਪੁਰਖ। ਇਹ ਵੀ ਵੱਖਰੇ ਵੱਖਰੇ ਪਦ ਉਚਾਰਨ ਕਰਨੇ ਹਨ। ਕਰਤਾ ਵੱਖਰਾ ਬੋਲਣਾ, ਪੁਰਖ ਵੱਖਰਾ ਬੋਲਣਾ। ਕਈ ਵਾਰ ਖੱਖਾ ਰਹਿ ਜਾਂਦਾ, ਪੁਰਖ ਹੀ ਕਹਿ ਜਾਂਦੇ ਹਨ। ਖੱਖਾ ਸ਼ੁੱਧ ਉਚਾਰਨ ਕਰਨਾ, ਪੁਰਖ। ਇਸ ਤਰ੍ਹਾਂ ਦੋ ਦੋ ਪਦ ਉਚਾਰਨ ਕਰਨੇ ਹਨ। ਨਿਰਭਉ ਨਿਰਵੈਰ। ਇਹ ਵੀ ਨਿਰਭਉ ਵੱਖਰੇ ਵੱਖਰੇ ਨਹੀਂ ਬੋਲਣੇ ਪਦ, ਇਹ ਪਦ ਇਕੱਠਾ ਹੀ ਬੋਲਣਾ ਹੈ। ਨਿਰਭਉ ਨਿਰਵੈਰ। ਕਈ ਨਿਰਭਉ ਕਹਿ ਜਾਂਦੇ ਹਨ, ਭੱਬੇ ਹੂੜਾ ਲਾ ਦਿੰਦੇ ਹਨ, ਪਰ ਭੱਬਾ ਊੜਾ ਬੰਦ ਮੂੰਹ ਵਾਲਾ, ਥੱਲੇ ਔਂਕੜ ਲੱਗੀ ਹੈ। ਇਹਦਾ ਉਚਾਰਨ ਹੈ ਨਿਰਭਉ ਨਿਰਵੈਰ। ਅਕਾਲ ਮੂਰਤ। ਅਕਾਲ ਮੂਰਤ ਜਿਹੜਾ ਪਾਠ ਹੈ ਇਹ ਸੰਪਰਦਾ ਦੇ ਵਿੱਚ, ਦਮਦਮੀ ਟਕਸਾਲ ਵਿੱਚ ਇਹ ਇਕੱਠਾ ਕਰਾਇਆ ਜਾਂਦਾ ਹੈ। ਜਿਹੜਾ ਲਿਖਿਆ ਵੱਖਰਾ ਹੈ ਪਰ ਪਾਠ ਇਕੱਠਾ ਹੀ ਕਰਨਾ ਹੈ। ਅਕਾਲ ਮੂਰਤ। ਕਈ ਤੱਤਾ ਛੱਡ ਜਾਂਦੇ ਹਨ, ਅਕਾਲ ਮੂਰਤ ਕਹਿ ਜਾਂਦੇ ਹਨ। ਸ਼ੁੱਧ ਤੱਤਾ ਉਚਾਰਨ ਕਰਨਾ, ਸ਼ੁੱਧ ਪਦ ਉਚਾਰਨ ਕਰਨਾ, ਅਕਾਲ ਮੂਰਤ। ਅਜੂਨੀ ਸਹਿ ਭੰ। ਅਜੂਨੀ ਵੱਖਰਾ ਬੋਲਣਾ ਹੈ। ਕਈ ਅਜੂਨੀ ਸਹਿ ਬੋਲ ਜਾਂਦੇ ਹਨ, ਅਜੂਨੀ ਸਹਿ ਭੰ ਉਚਾਰਨ ਕਰ ਦਿੰਦੇ ਹਨ। ਅਜੂਨੀ ਵੱਖਰਾ ਬੋਲਣਾ ਹੈ, ਸਹਿ ਭੰ ਇਕੱਠਾ ਕਹਿਣਾ ਹੈ। ਸਹਿ ਭੰ ਨਹੀਂ ਕਹਿਣਾ ਹੈ, ਸਹਿ ਭੰ। ਜਾਂ ਕਈ ਗੱਗਾ ਲਾ ਦਿੰਦੇ ਹਨ, ਸਹਿ ਭੰਗ ਕਹਿ ਜਾਂਦੇ ਹਨ। ਇਹ ਤਾਂ ਬਿਲਕੁਲ ਹੀ ਅਸ਼ੁੱਧ ਹੈ। ਉਚਾਰਨ ਕਰਨਾ ਹੈ ਅਜੂਨੀ, ਫਿਰ ਬੋਲਣਾ ਹੈ ਸਹਿ ਭੰ। ਜੂਨਾ ਦੇ ਵਿੱਚ ਨਹੀਂ ਆਉਂਦੇ ਹੋ, ਅਤੇ ਸਹਿ ਭੰ ਕੀ ਸੁਤੇ ਪ੍ਰਕਾਸ਼ ਹੋ ਵਾਹਿਗੁਰੂ ਜੀ। ਗੁਰ ਪ੍ਰਸਾਦ। ਮੁੱਖ ਪਾਠ ਸੰਪਰਦਾ ਦੇ ਵਿੱਚ ਗੁਰ ਵੱਖਰਾ ਕਰਾਇਆ ਜਾਂਦਾ ਹੈ ਅਤੇ ਪ੍ਰਸਾਦ ਵੱਖਰਾ ਕਰਾਇਆ ਜਾਂਦਾ ਹੈ। ਦੂਸਰਾ ਗੁਰ ਪ੍ਰਸਾਦ ਪਾਠ ਵੀ ਹੈ। ਗੁਰ ਦਾ ਅਰਥ ਹੈ ਚੇਤਨ ਸਰੂਪ ਹੋ, ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ ਹੋ ਵਾਹਿਗੁਰੂ ਜੀ। ਔਰ ਪ੍ਰਸਾਦ ਦਾ ਜਿਹੜਾ ਉਚਾਰਨ ਹੈ ਇਹ ਪੱਪੇ ਦੇ ਹੇਠਾਂ ਚਰਨਾਂ 'ਚ ਰਾਰਾ ਹੈ।
ਇਸ ਦਾ ਉਚਾਰਨ ਪ੍ਰਸਾਦ ਕਰਨਾ ਹੈ। ਫਿਰ ਆਪ ਜੀ ਗੁਰਬਾਣੀ 'ਚ ਜਦੋਂ ਦਰਸ਼ਨ ਕਰੋਗੇ ਬਹੁਤ ਥਾਵਾਂ 'ਤੇ ਰਾਰਾ ਪੂਰਾ ਵੀ ਆਉਂਦਾ ਹੈ, ਉਸ ਦਾ ਉਚਾਰਨ ਹੈ ਪ੍ਰਸਾਦ। ਹੇਠਾਂ ਰਾਰਾ ਜਿਹੜਾ ਬੋਲਣਾ ਹੈ ਉਸ ਨੂੰ ਕਹਿਣਾ ਹੈ ਪ੍ਰਸਾਦ। ਸ਼ੁੱਧ ਉਚਾਰਨ ਹੈ ਗੁਰ ਪ੍ਰਸਾਦ। ਜਪ ਜਪ ਪਦ ਜਿਹੜਾ ਹੈ ਇਹ ਵੀ ਕਈ ਜਪ ਕਸ ਕੇ ਬੋਲ ਜਾਂਦੇ ਹਨ। ਉਚਾਰਨ ਪੋਲਾ ਹੀ ਕਰਨਾ ਹੈ ਜਪ, ਯਾਨੀ ਜਪਨੇ ਯੋਗ ਹੋ ਵਾਹਿਗੁਰੂ ਜੀ, ਆਪ ਜੀ ਨੂੰ ਜਪਣਾ ਚਾਹੀਦਾ ਹੈ। ਜਪ ਬਾਣੀ ਦਾ ਨਾਮ ਹੈ। ਅਗਰ ਅਸੀਂ ਜਪ ਕਸ ਕੇ ਬੋਲਾਂਗੇ ਤਾਂ ਇਹਦਾ ਅਰਥ ਹੋ ਜਾਏਗਾ ਖਾਣਾ। ਜਿਵੇਂ ਆਸਾ ਰਾਗ ਦੇ ਵਿੱਚ ਵੀ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ, ਜਪੀਐ ਨਾਮ ਜਪੀਐ ਅੰਨ। ਜਪੀਐ ਪਹਿਲਾ ਜਪੀਐ ਪਦ ਪੋਲਾ ਹੈ, ਨਾਮ ਜਪਣਾ ਚਾਹੀਦਾ ਹੈ, ਅਤੇ ਜਪੀਐ ਅੰਨ ਦਾ ਅਰਥ ਹੈ ਵੀ ਅੰਨ ਖਾਣਾ ਚਾਹੀਦਾ ਹੈ। ਔਰ ਇਸ ਤਰ੍ਹਾਂ ਯਾਨੀ ਇਹ ਪੋਲਾ ਉਚਾਰਨ ਕਰਨਾ ਹੈ ਜਪ, ਜਪ ਨਹੀਂ ਕਹਿਣਾ ਹੈ। ਆਦ ਸੱਚ ਜੁਗਾਦ ਸੱਚ। ਹਾਂਜੀ, ਇਹ ਸੱਚ ਵੀ ਕਸ ਕੇ ਬੋਲਣਾ ਹੈ, ਆਦ ਸੱਚ। ਜੁਗਾਦ ਪਦ ਵੀ ਥੋੜ੍ਹਾ ਜਿਹਾ ਕਸ ਕੇ ਉਚਾਰਨ ਕਰਨਾ ਹੈ, ਔਰ ਜੱਜਾ ਸ਼ੁੱਧ ਬੋਲਣਾ ਹੈ, ਯੁਗਾਦ ਨਹੀਂ ਕਹਿ ਦੇਣਾ। ਕਈ ਯਈਆ ਹੀ ਲਾ ਦਿੰਦੇ ਹਨ, ਇਸ ਨੂੰ ਥੋੜ੍ਹਾ ਜਿਹਾ ਕਸ ਕੇ ਬੋਲਣਾ, ਜੁਗਾਦ ਸੱਚ। ਹੈ ਭੀ ਸੱਚ। ਹੈ ਵੀ ਵੱਖਰਾ ਬੋਲਣਾ, ਭੀ ਵੀ ਵੱਖਰਾ ਬੋਲਣਾ। ਕਈ ਅਣਜਾਣ ਹੈਪੀ ਕਹਿ ਜਾਂਦੇ ਹਨ, ਪੱਪਾ ਲਾ ਜਾਂਦੇ ਹਨ, ਪਰ ਵੱਖਰ ਸ਼ੁੱਧ ਉਚਾਰਨ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇਹ ਵੀ ਨਾਨਕ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਹੈ। ਨਾਨਕ ਯਾਨੀ ਥੋੜ੍ਹਾ ਜਿਹਾ ਰੁਕ ਕੇ, ਨਾਨਕ ਹੋਸੀ ਭੀ ਸੱਚ। ਭੀ ਸੱਚ ਨਹੀਂ ਕਹਿਣਾ ਹੈ, ਭੀ ਸੱਚ ਕੋਈ ਪਾਠ ਨਹੀਂ ਹੈ। ਹੋਸੀ ਭੀ ਇੱਥੇ ਥੋੜ੍ਹਾ ਜਿਹਾ ਠਹਿਰਾ ਦੇ ਕੇ ਫਿਰ ਨਖੇਰ ਕੇ ਬੋਲਣਾ ਹੈ ਸੱਚ। ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ। ਸੋਚੈ ਪਦ ਤੇ ਵੀ ਥੋੜ੍ਹਾ ਜਿਹਾ ਠਹਿਰਾ ਯਮਕ ਚੀ ਲਾ ਕੇ ਬੋਲਣਾ ਹੈ। ਸੋਚੈ ਸੋਚ ਨਹੀਂ ਕਹਿਣਾ, ਸੋਚੈ ਸੋਚ ਨਾ ਹੋਵਈ। ਨੰਨਾ ਮੁਕਤਾ ਹੈ। ਕਈ ਨਾ ਨੰਨੇ ਕੰਨਾ ਲਾ ਦਿੰਦੇ ਹਨ। ਨੰਨੇ ਮੁਕਤੇ ਦਾ ਉਚਾਰਨ ਨਾ, ਜੇ ਨੰਨੇ ਕੰਨਾ ਲਾਵਾਂਗੇ ਤਾਂ ਇੱਕ ਮਾਤਰਾ ਵੱਧ ਜਾਏਗੀ, ਦੋ ਮਾਤਰਾ ਹੋ ਜਾਣਗੀਆਂ। ਇਹ ਇੱਕ ਮਾਤਰਾ ਹੈ, ਇਸ ਦਾ ਉਚਾਰਨ ਨਾ ਉਚਾਰਨ ਕਰਨਾ। ਹੋਵਈ ਕਈ ਹੋ ਵੀ ਕਹਿ ਜਾਂਦੇ ਹਨ, ਈੜੀ ਛੱਡ ਹੀ ਜਾਂਦੇ ਹਨ। ਉਚਾਰਨ ਕਰਨਾ ਹੋਵਈ। ਸੋਚੈ ਸੋਚ ਨਾ ਹੋਵਈ। ਜੇ ਸੋਚੀ ਲੱਖ ਵਾਰ। ਲੱਖ ਥੋੜ੍ਹਾ ਜਿਹਾ ਦੱਬ ਕੇ ਬੋਲਣਾ ਹੈ, ਕਸ ਕੇ ਉਚਾਰਨ ਕਰਨਾ ਹੈ। ਵਾਰ ਵੱਖਰਾ ਬੋਲਣਾ ਹੈ। ਜੇ ਸੋਚੀ ਲੱਖ ਵਾਰ, ਲਖਵਾਰ ਨਹੀਂ ਕਹਿਣਾ, ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾ ਲਿਵ ਤਾਰ। ਹਾਂਜੀ, ਇਹ ਪਾਠ ਵੀ ਧਿਆਨ ਨਾਲ ਉਚਾਰਨ ਕਰਨਾ ਹੈ। ਚੁੱਪੈ ਇੱਥੇ ਯਮਕ, ਚੁੱਪ ਨਾ ਹੋਵਈ। ਇਹ ਚੁੱਪ ਜਿਹੜਾ ਪਦ ਹੈ, ਇੱਥੇ ਜਿਹੜੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਪੋਥੀਆਂ ਛਪਾਈਆਂ, ਇਹਦੇ 'ਤੇ ਪੱਪੇ ਨੂੰ ਸਿਹਾਰੀ ਨਹੀਂ ਹੈ, ਪਰ ਪੱਪੇ ਨੂੰ ਸਿਹਾਰੀ ਦੇ ਨਾਲ ਪਾਠ ਸ਼ੁੱਧ ਹੈ। ਸੰਪਰਦਾ ਦੇ ਵਿੱਚ ਪੱਪੇ ਦੀ ਸਿਹਾਰੀ ਦੇ ਨਾਲ ਸ਼ੁੱਧ ਮੰਨਿਆ ਜਾਂਦਾ ਹੈ। ਬਾਕੀ ਪੁਰਾਤਨ ਸਰੂਪਾਂ 'ਚ ਵੀ ਜਦੋਂ ਅਸੀਂ ਦਰਸ਼ਨ ਕਰਦੇ ਹਾਂ, ਉਹਨਾਂ ਵਿੱਚ ਵੀ ਪੱਪੇ ਨੂੰ ਸਿਹਾਰੀ ਲੱਗੀ ਹੋਈ ਹੈ। ਪਰ ਜਿਹੜੇ ਨਵੀਨ ਵਿਦਵਾਨ ਹਨ, ਉਹਨਾਂ ਨੇ ਵਿਆਕਰਨ ਦੇ ਨਿਯਮਾਂ ਅਨੁਸਾਰ ਜਿਹੜੀ ਸਿਹਾਰੀ ਕੱਟ ਦਿੱਤੀ ਹੈ, ਅਤੇ ਕਿਉਂਕਿ ਭੁੱਖ ਨੂੰ ਦੇਖ ਕੇ ਸਿਹਾਰੀ ਕੱਟੀ ਹੈ ਵੀ ਅੱਗੇ ਭੁੱਖ ਦੇ ਸਿਹਾਰੀ ਨਹੀਂ ਹੈਗੀ ਹੈ, ਇਸ ਕਰਕੇ ਚੁੱਪ ਦੇ ਵੀ ਸਿਹਾਰੀ ਨਹੀਂ ਹੋਣੀ ਚਾਹੀਦੀ ਹੈ। ਪਰੰਤੂ ਸੰਪਰਦਾ ਦੇ ਵਿੱਚ ਇਹ ਪਾਠ ਪੱਪੇ ਦੀ ਸਿਹਾਰੀ ਦੇ ਨਾਲ ਸ਼ੁੱਧ ਮੰਨਿਆ ਜਾਂਦਾ ਹੈ। ਬਾਕੀ ਸਾਰੇ ਸਰੂਪਾਂ ਵਿੱਚ ਵੀ ਪੱਪੇ ਨੂੰ ਸਿਹਾਰੀ ਲੱਗੀ ਹੋਈ ਹੈ, ਇਸ ਕਰਕੇ ਸ਼ੁੱਧ ਹੈ। ਚੁੱਪੈ ਚੁੱਪ ਨਾ ਹੋਵਈ, ਇੱਥੇ ਵਿਸਰਾਮ ਹੈ। ਜੇ ਲਾਏ ਰਹਾ ਲਿਵ ਤਾਰ, ਇਹ ਲਾਏ ਦਾ ਉਚਾਰਨ ਸ਼ੁੱਧ ਕਰਨਾ ਹੈ। ਲਾਏ ਲਾ ਨਹੀਂ ਲਾ ਦੇਣੀ ਹੈ, ਲੱਲੇ ਦੇ ਕੰਨੇ ਨੂੰ ਵਧਾ ਦੇਣਾ, ਈੜੀ ਤੇ ਆਵਾਜ਼ ਛੱਡਣੀ ਹੈ। ਲਾਏ ਪਾਏ ਖਾਏ, ਇਹ ਸਿਹਾਰੀ ਦਾ ਉਚਾਰਨ ਹੈ। ਲਾਂ ਦੀਰਘ ਮਾਤਰਾ ਹੈ, ਉਹਦਾ ਉਚਾਰਨ ਹੈ ਲਾਏ ਪਾਏ ਜਾਏ ਖਾਏ। ਇਉਂ ਲਾਵਾਂ ਲਾ ਕੇ ਉਚਾਰਨ ਨਹੀਂ ਕਰਨਾ, ਸ਼ੁੱਧ ਬੋਲਣਾ ਹੈ। ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾ, ਇੱਥੇ ਠਮਕ ਲਾ ਦੇਣੀ ਹੈ।
ਲਿਵ ਤਾਰ, ਲਿਵਤਾਰ ਇਕੱਠਾ ਨਹੀਂ ਕਹਿਣਾ, ਵੱਖਰਾ ਵੱਖਰਾ ਬੋਲਣਾ ਹੈ। ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਭੁੱਖਿਆ ਇੱਥੇ ਵੀ ਯਮਕ, ਭੁੱਖਿਆ ਭੁੱਖ ਨਾ ਉਤਰੀ, ਇੱਥੇ ਵਿਸਰਾਮ, ਜੇ ਇੱਥੇ ਯਮਕ, ਬੰਨਾ ਪੁਰੀਆ ਭਾਰ, ਇਹ ਬੰਨਾ ਪਦ ਜਿਹੜਾ ਹੈ ਭਾਰਾ ਉਚਾਰਨ ਕਰਨਾ ਹੈ, ਬੰਨਾ ਨਹੀਂ ਕਹਿਣਾ ਹੈ। ਜਿਸ ਤਰ੍ਹਾਂ ਮਹਾਰਾਜ ਸਾਹਿਬ ਦੇ ਬਚਨ ਹਨ, ਪਰਮੇਸ਼ਰ ਦਿੱਤਾ ਬੰਨਾ, ਉੱਥੇ ਬੰਨਾ ਹੈ, ਬੰਨਾ ਦਾ ਅਰਥ ਹੈ ਪੁੱਤਰ, ਇੱਥੇ ਬੰਨਣ ਦਾ ਵਾਚਕ ਹੈ, ਥੋੜਾ ਜਿਹਾ ਭਾਰਾ ਬੋਲਣਾ ਹੈ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇਹ ਵੀ ਉਚਾਰਨ ਸਹਿਸ ਹੀ ਕਰਨਾ ਹੈ। ਅੱਜ ਕੱਲ੍ਹ ਜਿਹੜੇ ਨਵੀਨ ਵਿਦਵਾਨ ਹਨ ਉਹ ਸਾਹਸ ਕਰਾਉਣ ਲੱਗ ਪਏ ਹਨ, ਪਰ ਸੰਪਰਦਾ ਦੇ ਵਿੱਚ ਇਹ ਉਚਾਰਨ ਸਹਿਸ ਹੀ ਕਰਾਇਆ ਜਾਂਦਾ ਹੈ। ਇਸ ਕਰਕੇ ਸਹਿਸ ਹੀ ਬੋਲਣਾ ਹੈ। ਕਈ ਕਹਿੰਦੇ ਨੇ ਦਲਾਵਾਂ ਲੱਗ ਜਾਂਦੀਆਂ ਹਨ, ਦਲਾਵਾਂ ਤਾਂ ਫਿਰ ਸਹਿਸ 'ਤੇ ਲੱਗਦੀਆਂ ਹਨ। ਅਗਰ ਇਹ ਪਦ ਨੂੰ ਅਸੀਂ ਸਾਹਸ ਬੋਲਾਂਗੇ ਫਿਰ ਗੁਰਬਾਣੀ ਵਿੱਚ ਬਹੁਤ ਪਦ ਆ ਜਾਂਦੇ ਹਨ, ਜਿਸ ਤਰ੍ਹਾਂ ਗੁਰਮੰਤਰਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨ ਹੈ, ਕੂਕਰਹ ਸੂਕਰਹ ਗਰਦਬਹ ਕਾਕਹ ਸਰਪਨਹ ਤੋਲ ਖਲਹ, ਇਸ ਤਰ੍ਹਾਂ ਉਚਾਰਨ ਨਹੀਂ ਕਰਨਾ ਹੈ। ਕੂਕਰਹ ਸੂਕਰਹ ਗਰਦਬਹ ਕਾਕਹ ਸਰਪਨਹ ਤੋਲ ਖਲਹ, ਇਸ ਤਰ੍ਹਾਂ ਸ਼ੁੱਧ ਉਚਾਰਨ ਹੈ। ਜਾਂ ਮਹੱਲਾ ਸ਼ਬਦ ਹੀ ਹੈ, ਜੇ ਸੱਸਾ ਹਾਹਾ ਸਾਹ ਹੁੰਦਾ ਤੇ ਮੰਮਾ ਹਾਹਾ ਮਹ ਹੁੰਦਾ, ਮਹਲਾ ਬੋਲਾਂਗੇ। ਮਹੱਲਾ ਤਾਂ ਅੱਜ ਤੱਕ ਕਿਸੇ ਨੇ ਵੀ ਉਚਾਰਨ ਨਹੀਂ ਕੀਤਾ। ਜਾਂ ਆਦ ਗੁਰ ਇਹ ਨਮਹ, ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ, ਫਤਹ ਉਚਾਰਨ ਕਰਨਾ। ਯਾਨੀ ਜਾਂ ਜਹ 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 ਤਹ ਤਹ ਮਹ ਮਹ, ਇਸ ਤਰ੍ਹਾਂ ਉਚਾਰਨ ਨਹੀਂ ਕਰਨਾ। ਜਹ ਜਹ ਤਹ ਤਹ ਮਹਿ ਮਹਿ, ਇਹ ਸ਼ੁੱਧ ਉਚਾਰਨ ਹੈ। ਇਸ ਕਰਕੇ ਇਹ ਉਚਾਰਨ ਸਹਿਸ ਉਚਾਰਨ ਕਰਨਾ ਹੈ। ਸਹਿਸ ਸਿਆਣਪਾ ਲੱਖ ਹੋਏ, ਹੋਏ ਦੇ ਲਾਂ ਨਹੀਂ ਲਾ ਦੇਣੀ, ਸਿਹਾਰੀ ਲੱਗੀ ਹੋਈ ਹੈ, ਹਾਹੇ ਦੇ ਹੋੜੇ ਨੂੰ ਵਧਾ ਦੇਣਾ। ਅਗਲੇ ਹਾਹੇ 'ਤੇ ਜਦੋਂ ਅਸੀਂ ਆਵਾਜ਼ ਸੂਖਮ ਰੂਪ ਵਿੱਚ ਛੱਡਾਂਗੇ ਤਾਂ ਸੂਖਮ ਰੂਪ ਵਿੱਚ ਸਿਹਾਰੀ ਲੱਗ ਜਾਂਦੀ ਹੈ। ਜਿਵੇਂ ਹੋਏ ਸੋਹੇ ਮੋਹੇ ਖੋਹੇ, ਇਹ ਸਿਹਾਰੀ ਦਾ ਉਚਾਰਨ ਹੈ। ਲਾਂ ਦਾ ਉਚਾਰਨ ਹੈ ਹੋਹੇ ਮੋਹੇ ਸੋਹੇ ਖੋਹੇ। ਸਹਿਸ ਸਿਆਣਪਾ ਲੱਖ ਹੋਹੇ, ਤਾਂ ਇੱਕ, ਤਾਂ ਮੁਕਤਾ ਹੀ ਅੱਖਰ ਹੈ, ਇਹਨੂੰ ਤਾ ਨਹੀਂ ਕਹਿਣਾ ਜਾਂ ਤਾਂ ਨਹੀਂ ਕਹਿਣਾ ਹੈ। ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਦੋਵੇਂ ਜਿਹੜੇ ਕਿਵ ਪਦ ਹਨ ਇਹਨਾਂ ਤੇ ਯਮਕ ਲਾ ਕੇ ਉਚਾਰਨ ਕਰਨਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਨਾਨਕ ਪਦ ਤੇ ਵੀ ਯਮਕ ਲਾ ਕੇ ਬੋਲਣਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਇਹ ਸਾਰੇ ਹੁਕਮੀ ਪਦ ਤੇ ਯਮਕ ਲਾ ਕੇ ਬੋਲਣਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਇਹ ਹੁਕਮ ਨਾ ਇੱਥੇ ਨਹੀਂ ਰੁਕਣਾ, ਹੁਕਮ ਨਾ ਕਹਿਆ ਜਾਈ, ਕਹਿਆ ਬੋਲਣਾ ਹੈ। ਕਈ ਕਿਹਾ ਹੀ ਕਹਿ ਜਾਂਦੇ ਹਨ, ਜੋ ਬਿਲਕੁਲ ਅਸ਼ੁੱਧ ਉਚਾਰਨ ਹੈ। ਕਹਿਆ, ਰਹਿਆ, ਬਹਿਆ, ਇਸ ਤਰ੍ਹਾਂ ਇਹਨਾਂ ਪਦਾਂ ਦੀ ਮਿਹਨਤ ਕਰਕੇ ਫਿਰ ਇਹ ਸ਼ੁੱਧ ਹੋ ਜਾਂਦਾ ਹੈ ਉਚਾਰਨ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਇਹ ਜੀ, ਕਈ ਜੀਆ ਹੀ ਬੋਲ ਜਾਂਦੇ ਹਨ, ਐੜੇ ਕੰਨਾਂ ਲਾ ਦਿੰਦੇ ਹਨ, ਜਾਂ ਜੀ ਬੋਲ ਜਾਂਦੇ ਹਨ, ਐੜਾ ਛੱਡ ਹੀ ਜਾਂਦੇ ਹਨ। ਇਹਦਾ ਉਚਾਰਨ ਹੈ ਜੀ, ਐੜਾ ਮੁਕਤਾ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਇਹ ਨੀਚ ਪਦ ਤੇ ਵਿਸਰਾਮ ਹੈ। ਹੁਕਮੀ ਉੱਤਮ ਨੀਚ, ਇੱਥੇ ਵਿਸਰਾਮ ਹੈ। ਹੁਕਮ ਲਿਖ, ਇੱਥੇ ਠਹਿਰਾ ਦੇ ਕੇ ਠਮਕ ਲਾ ਕੇ ਬੋਲਣਾ ਹੈ।
ਹੁਕਮ ਲਿਖ ਦੁਖ ਸੁਖ ਪਾਈਐ। ਇਸ ਦਾ ਉਚਾਰਨ ਪਾਈਐ ਕਰਨਾ ਹੈ। ਅੱਜ ਕੱਲ ਕਈ ਨਵੀਨ ਜਿਹੜੇ ਹਨ ਉਹ ਉਚਾਰਨ ਕਰਾਉਂਦੇ ਨੇ ਪਾਈਆਂ ਬੋਲੋ ਜਾਂ ਪਾਈਆਂ ਹੈ ਬੋਲੋ, ਤੇ ਇਸ ਦਾ ਇਹ ਬਿਲਕੁਲ ਅਸ਼ੁੱਧ ਉਚਾਰਨ ਹੈ। ਜੇ ਅਸੀਂ ਪਾਈਆਂ ਬੋਲਾਂਗੇ ਤਾਂ ਪਾਂ ਦੇ ਬਿੰਦੀ ਲੱਗ ਜਾਏਗੀ, ਈ ਦੇ ਬਿੰਦੀ ਲੱਗ ਜਾਏਗੀ, ਐਂ ਦੇ ਲੱਗ ਜਾਏਗੀ, ਔਰ ਐੜੇ ਤੇ ਦਲਾਵਾਂ ਲੱਗ ਜਾਣਗੀਆਂ। ਜੇ ਆਪਾਂ ਬੋਲਦੇ ਹਾਂ ਪਾਈਆਂ ਹੈ, ਫਿਰ ਇਹਦਾ ਉਚਾਰਨ ਪੱਪੇ ਕੰਨਾਂ ਉੱਤੇ ਬਿੰਦੀ, ਈੜੀ ਬਿਹਾਰੀ ਉਹਦੇ ਨਾਲ ਬਿੰਦੀ, ਐਂ ਤੇ ਦਲਾਵਾਂ ਨਾਲ ਬਿੰਦੀ, ਹੈ ਤੇ ਦਲਾਵਾਂ ਨਾਲ ਬਿੰਦੀ। ਯਾਨੀ ਇੰਨੀਆਂ ਦਲਾਵਾਂ ਇੰਨੀਆਂ ਬਿੰਦੀਆਂ ਆਪਣੇ ਆਪ ਤੋਂ ਲਾ ਰਹੇ ਹਾਂ। ਪਰ ਸੰਪਰਦਾ ਦੇ ਵਿੱਚ ਇਹਦਾ ਉਚਾਰਨ ਦੱਸਿਆ ਜਾਂਦਾ ਹੈ ਪਾਈਐ। ਐੜਾ ਅਤੇ ਹਾਹੇ ਦੀ ਸਿਹਾਰੀ ਦਾ ਉਚਾਰਨ ਹੈ ਐਹ। ਇਹ ਨਹੀਂ, ਐਹ ਵੀ ਨਹੀਂ ਕਰਨਾ, ਐਹ ਤਾਂ ਬਿਲਕੁਲ ਹੀ ਅਸ਼ੁੱਧ ਹੈ। ਇਹ ਉਚਾਰਨ ਕਰਨਾ ਹੈ। ਸਾਰੇ ਪਦ ਦਾ ਉਚਾਰਨ ਕਰਨਾ ਹੈ। ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ। ਇਹ ਬਖਸ਼ੀਸ ਜਿਹੜਾ ਪਦ ਹੈ, ਇਹਦਾ ਖੱਖਾ ਜਿਹੜਾ ਸ਼ੁੱਧ ਬੋਲਣਾ ਹੈ ਬਖਸ਼। ਬਹੁਤ ਪਦ ਆ ਜਾਂਦੇ ਹਨ ਵਾਖਤ, ਤਾਖਤ, ਖੱਖੇ ਬੋਲਨੇ ਹਨ। ਕਈ ਵਾਰ ਅਸੀਂ ਬਖਸ਼ ਬੋਲ ਜਾਂਦੇ ਹਾਂ, ਕੱਕਾ ਲਾ ਜਾਂਦੇ ਹਾਂ। ਇਸ ਕਰਕੇ ਥੋੜ੍ਹਾ ਜਿਹਾ ਧਿਆਨ ਨਾਲ ਇਹ ਉਚਾਰਨ ਕਰਨਾ ਹੈ। ਇਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਹੁਕਮੈ ਅੰਦਰ ਸਭ ਕੋ, ਅੰਦਰ ਪਦ ਤੇ ਥੋੜ੍ਹਾ ਜਿਹਾ ਠਹਿਰਾ ਦੇ ਕੇ ਹੁਕਮੈ ਅੰਦਰ ਸਭ, ਭੱਬਾ ਜਿਹੜਾ ਹੈ ਸਭ ਨਹੀਂ ਕਹਿ ਦੇਣਾ ਹੈ। ਸੱਸਾ ਬੱਬਾ ਸਭ, ਸੱਸਾ ਭੱਬਾ ਸਭ, ਤੱਤੇ ਔਂਕੜ ਜੱਜਾ ਤੁਜ, ਤੱਤੇ ਔਂਕੜ ਝੱਜਾ ਤੁਜ। ਯਾਨੀ ਇਹ ਪਦ ਜਿਹੜੇ ਜੱਜਾ ਝੱਜਾ ਗੱਗਾ ਘੱਗਾ ਦੱਦਾ ਤੱਦਾ ਬੱਬਾ ਭੱਬਾ, ਇਹਨਾਂ ਦੇ ਉਚਾਰਨਾਂ ਵਿੱਚ ਫਰਕ ਹੈ। ਬੱਬਾ ਜਿਹੜਾ ਹੈ ਉਹ ਪੋਲਾ ਬੋਲਿਆ ਜਾਂਦਾ ਹੈ, ਭੱਬਾ ਥੋੜ੍ਹਾ ਭਾਰਾ ਬੋਲਿਆ ਜਾਂਦਾ ਹੈ। ਇਸ ਤਰ੍ਹਾਂ ਇਹਦਾ ਉਚਾਰਨ ਹੈ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ, ਇੱਥੇ ਥੋੜ੍ਹਾ ਜਿਹਾ ਠਹਿਰਾ ਦੇਣਾ ਹੈ। ਬਾਹਰ ਹੁਕਮ, ਹੁਕਮ ਤੋਂ ਬਾਹਰ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ, ਤਾ ਹਉਮੈ ਕਹੈ ਨਾ ਕੋਇ। ਇਹ ਵੀ ਨਾਨਕ ਪਦ ਤੇ ਯਮਕ ਲਾ ਕੇ ਨਾਨਕ ਹੁਕਮੈ ਜੇ ਬੁੱਝੈ। ਬੁੱਝੈ ਪਦ ਜਿਹੜਾ ਹੈ ਇਹ ਕਸ ਕੇ ਉਚਾਰਨ ਕਰਨਾ ਹੈ, ਸਮਝਣ ਦਾ ਵਾਚਕ ਹੈ। ਜਿੱਥੇ ਤ੍ਰਿਸ਼ਨਾ ਪਦ ਆਉਂਦਾ ਹੈ ਉਹਦੇ ਨਾਲ ਬੁਝੈ ਪਦ ਆਉਂਦਾ ਹੈ, ਉੱਥੇ ਪੋਲਾ ਬੁਝਣ ਦਾ ਵਾਚਕ, ਜਾਂ ਅਗਨ ਪਦ ਦੇ ਨਾਲ ਬੁਝੈ ਆਵੇ ਉਹ ਵੀ ਪੋਲਾ ਉਚਾਰਨ। ਜਿੱਥੇ ਸਮਝਣ ਦਾ ਵਾਚਕ ਹੋਵੇ ਉੱਥੇ ਥੋੜ੍ਹਾ ਜਿਹਾ ਕਸ ਕੇ ਬੋਲਣਾ ਹੈ। ਬੁੱਝੈ ਨਹੀਂ ਕਹਿ ਦੇਣਾ, ਜੱਜੇ ਦੇ ਨਾਲ ਨਹੀਂ ਬੋਲਣਾ, ਬੁੱਝੈ ਉਚਾਰਨ ਕਰਨਾ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਈ। ਹਉਮੈ ਦਾ ਉਚਾਰਨ ਊੜਾ ਬੰਦ ਮੂੰਹ ਵਾਲਾ ਹੈ, ਔਂਕੜ ਲੱਗੀ ਹੋਈ ਹੈ। ਥੋੜ੍ਹਾ ਜਿਹਾ ਜ਼ਿਆਦਾ ਮੁੱਖ ਖੋਲ ਕੇ ਇਸ ਦਾ ਉਚਾਰਨ ਹੋਏਗਾ, ਤਾਂ ਹਉਮੈ ਕਹੈ ਨਾ ਕੋਈ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਇਹ ਕਿਸੈ ਪਦ ਜਿਹੜਾ ਹੈ ਇਹਨੂੰ ਕਿਸੈ ਨਹੀਂ ਕਹਿਣਾ ਹੈ, ਕਿਸੈ ਪੋਲਾ ਹੀ ਉਚਾਰਨ ਕਰਨਾ ਹੈ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨੀਸਾਨ। ਇਹ ਮੁੱਖ ਰੂਪ ਦੇ ਵਿੱਚ ਵਿਸਰਾਮ ਕੋ ਤੇ ਹੀ ਲਾਉਣਾ ਹੈ। ਕਈ ਦਾਤ ਤੇ ਵਿਸਰਾਮ ਲਾਉਂਦੇ ਹਨ, ਪਰ ਮੁੱਖ ਰੂਪ ਦੇ ਵਿੱਚ ਸੰਪਰਦਾ ਦੇ ਵਿੱਚ ਕੋ ਤੇ ਵਿਸਰਾਮ ਲਵਾਇਆ ਜਾਂਦਾ ਹੈ। ਗਾਵੈ ਕੋ ਦਾਤ ਜਾਣੈ ਨੀਸਾਨ। ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਇਹ ਪਿੱਛੇ ਜਿਹੜਾ ਵਡਿਆਈਆ ਪਦ ਹੈ ਇਸ ਨੂੰ ਬਿੰਦੀਆਂ ਲਾ ਕੇ ਵਡੇ ਆਈਆਂ ਵਡਿਆਈਆਂ ਇਸ ਤਰ੍ਹਾਂ ਨਹੀਂ ਬੋਲਣਾ ਹੈ ਜਿਸ ਤਰ੍ਹਾਂ ਉਚਾਰਨ ਕੀਤਾ ਗਿਆ ਹੈ। ਵਡਿਆਈ ਇੱਕ ਵਚਨ ਹੈ, ਐੜੇ ਕਰਨਾ ਬਹੁ ਵਚਨ ਹੋ ਗਿਆ ਹੈ। ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਜਿਹੜਾ ਵਿਦਿਆ ਹੈ ਇਸ ਨੂੰ ਕਸ ਕੇ ਬੋਲਣਾ ਹੈ, ਵਿਦਿਆ ਨਹੀਂ ਕਹਿ ਦੇਣਾ, ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ। ਇਹ ਵੀ ਜਿਹੜੀ ਪੰਕਤੀ ਹੈ ਸ਼ੁੱਧ ਉਚਾਰਨ ਕਰਨੀ ਹੈ। ਕਈ ਤਨਖੇਹ ਕਹਿ ਦਿੰਦੇ ਹਨ, ਯਾਨੀ ਦੋਵਾਂ ਪਦਾਂ ਨੂੰ ਇਕੱਠਾ ਕਰ ਦਿੰਦੇ ਹਨ। ਕਈ ਕਰੇਤਨ ਬੋਲ ਜਾਂਦੇ ਹਨ। ਇਹ ਜਿਹੜੇ ਪਿਛਲੇ ਚਾਰ ਪਦ ਹਨ
ਇਹ ਨਖੇਰ ਕੇ ਪੜ੍ਹੇ ਜਾਣਗੇ ਤਾਂ ਇਹ ਸ਼ੁੱਧ ਉਚਾਰਨ ਹੋਏਗਾ। ਗਾਵੈ ਕੋ, ਇੱਥੇ ਵਿਸਰਾਮ ਹੈ। ਫਿਰ ਬੋਲਣਾ ਹੈ, ਸਾਜ ਕਰੇ ਤਨ ਖੇਹ। ਇਸ ਤਰ੍ਹਾਂ ਖੇਹੋ ਐ ਔਂਕੜ ਨਹੀਂ ਲਾ ਦੇਣਾ, ਖੱਖੇ ਲਾਂ ਦੀਰਘ ਵਧਾ ਕੇ ਹਾਹਾ ਮੁਕਤਾ ਹੈ। ਖੇਹ ਦੇਹ ਸੇਹ ਇਹ ਉਚਾਰਨ ਹੈ। ਦੋਵੇਂ ਪੰਕਤੀਆਂ ਦੇ ਵਿੱਚ ਗਾਵੈ ਕੋ, ਜੀ ਲੈ ਫਿਰ ਦੇਹ, ਇਹ ਵੀ ਫਿਰ ਦੇਹ ਨਹੀਂ ਕਹਿ ਦੇਣਾ, ਲੈ ਫਿਰ ਇਕੱਠਾ ਨਹੀਂ ਕਹਿ ਦੇਣਾ। ਇਹ ਸ਼ੁੱਧ ਬੋਲਣਾ ਹੈ। ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜੀ ਲੈ ਫਿਰ ਦੇਹ। ਹਾਂ, ਫਿਰ ਦੇਹ, ਜਿਵੇਂ ਆਪਾਂ ਗਿਣਤੀ ਨਾਲ ਵਾਚਕ ਸ਼ਬਦ ਹੁੰਦੇ ਨਾ, 1 2 3 4, ਜੀ ਲੈ ਫਿਰ ਦੇਹ, ਇਸ ਤਰ੍ਹਾਂ ਇਹ ਸ਼ੁੱਧ ਹੋ ਜਾਂਦੇ। ਗਾਵੈ ਕੋ ਜਾਪੈ ਦਿਸੈ ਦੂਰ। ਹਾਂ, ਦਿਸੈ ਪੋਲਾ ਹੀ ਬੋਲਣਾ ਹੈ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਹਾਦਰਾ ਹੀ ਉਚਾਰਨ ਕਰਨਾ ਹੈ, ਜਿਸ ਤਰ੍ਹਾਂ ਉਚਾਰਨ ਕੀਤਾ ਗਿਆ। ਕਈ ਹਾਦਰਾ ਕਹਿ ਦਿੰਦੇ ਹਨ, ਧੱਦਾ ਲਾ ਦਿੰਦੇ ਹਨ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਟੋਟ। ਇਹ ਵੀ ਕਥਨਾ ਪਾਠ ਇਕੱਠਾ ਹੀ ਕਰਨਾ ਹੈ। ਕਈ ਵਾਰ ਆਪਣੀ ਲੈ ਚਾਲ ਨਾਲ ਜਦੋਂ ਪਾਠ ਕਰਦੇ ਹਨ ਫਿਰ ਬੋਲਦੇ ਹਨ ਕਥ ਨਾ ਕਥੀ ਨਾ ਆਵੈ ਟੋਟ। ਕਥ ਨਾ ਵੱਖਰਾ ਹੋ ਜਾਂਦਾ ਹੈ, ਬੋਲਣਾ ਇਕੱਠਾ ਹੀ ਹੈ। ਕਥਨਾ ਕਥੀ, ਇੱਥੇ ਵਿਸਰਾਮ ਹੈ, ਯਾਦ ਰੱਖਣ ਵਾਲਾ ਵਿਸਰਾਮ ਹੈ। ਕਥਨਾ ਕਥੀ ਨਾ ਤੇ ਨਹੀਂ ਲਾਉਣਾ ਹੈ। ਕਥਨਾ ਕਥੀ, ਇੱਥੇ ਵਿਸਰਾਮ ਹੈ। ਨਾ ਆਵੈ ਟੋਟ, ਬੇਅੰਤਾਂ ਨੇ ਉਸ ਵਾਹਿਗੁਰੂ ਜੀ ਦੀ ਕਥਾ ਦਾ ਕਥਨ ਕੀਤਾ, ਪਰ ਨਾ ਆਵੈ ਟੋਟ, ਉਸ ਦੀ ਕਥਾ ਦਾ, ਉਸ ਦੀ ਮਹਿਮਾ ਦਾ, ਉਹਦੀ ਜਸ ਦਾ ਕੋਈ ਟੋਟਾ ਨਹੀਂ ਆਉਂਦਾ ਹੈ, ਅੰਤ ਨਹੀਂ ਆਉਂਦਾ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਇਹ ਕਾਥ ਕਾਥ ਕਥੀ ਪੋਲੇ ਹੀ ਪਦ ਬੋਲਨੇ ਹਨ। ਕਥ ਕਥ ਕਥੀ ਇਸ ਤਰ੍ਹਾਂ ਨਹੀਂ ਬੋਲਣਾ। ਕਾਥ ਕਾਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੱਦੇ ਥੱਕ ਪਾਹੇ। ਇਹ ਦੇਦਾ ਹੀ ਉਚਾਰਨ ਕਰਨਾ ਹੈ, ਲੈਦੇ ਹੀ ਉਚਾਰਨ ਕਰਨਾ ਹੈ। ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ, ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਨਹੀਂ ਉਚਾਰਨ ਕਰਨੀ ਹੈ। ਇਹਦਾ ਉਚਾਰਨ ਕਰਨਾ ਹੈ ਦੇਦਾ ਦੇ ਲੈਦੇ ਥੱਕ ਪਾਹੇ। ਜੁਗਾ ਜੁਗੰਤਰ ਖਾਹੀ ਖਾਹੇ। ਇਹ ਵੀ ਜੁੱਗਾ ਪਦ ਜਿਹੜਾ ਹੈ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ। ਫਿਰ ਅਗਲਾ ਜਿਹੜਾ ਜੁਗੰਤਰ ਹੈ ਇਹ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ। ਜੁੱਗਾ ਜੁਗੰਤਰ ਖਾਹੀ ਖਾਹੇ। ਇਹ ਖਾਹੇ ਪਾਹੇ ਲਾਵਾਂ ਨਹੀਂ ਲਾਉਣੀਆਂ, ਸਿਹਾਰੀ ਬੋਲਣੀ ਹੈ। ਪਾਹੇ ਖਾਹੇ। ਹੁਕਮੀ ਹੁਕਮ ਚਲਾਏ ਰਾਹ। ਹੁਕਮੀ ਪਦ ਤੇ ਵਿਸਰਾਮ ਲਾਉਣਾ ਹੈ। ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਇਹ ਵੀ ਵੇਪਰ ਰਾਰੇ ਤੋਂ ਨਹੀਂ ਤੋੜਨਾ ਹੈ, ਵਾਵੇ ਤੋਂ ਡੈਸ਼ ਦੇ ਕੇ ਲਮਕਾ ਕੇ ਉਚਾਰਨ ਕਰਨਾ ਹੈ। ਪਾਠ ਇਕੱਠਾ ਹੀ ਹੈ। ਵੇ ਪ੍ਰਵਾਹ, ਔਂਕੜ ਵੀ ਉਚਾਰਨ ਕਰਨਾ ਹੈ। ਵੇ ਪ੍ਰਵਾਹੋ, ਹੂੜਾ ਨਹੀਂ ਬੋਲਣਾ ਹੈ। ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਵ ਅਪਾਰ। ਜੇ ਭਾਵ ਉਚਾਰਨ ਕਰਨਾ ਹੈ, ਕਈ ਭਉ ਬੋਲ ਜਾਂਦੇ ਹਨ। ਭਾਵ ਊੜਾ ਬੰਦ ਮੂੰਹ ਵਾਲਾ ਹੈ। ਭਾਓ ਅਗਰ ਉਚਾਰਨ ਕਰਾਂਗੇ ਊੜਾ ਖੁੱਲੇ ਮੂੰਹ ਵਾਲਾ ਉਚਾਰਨ ਹੁੰਦਾ ਹੈ। ਭਾਓ ਜਾਓ ਖਾਓ ਪਾਓ। ਬੰਦ ਮੂੰਹ ਵਾਲੇ ਊੜੇ ਦਾ ਉਚਾਰਨ ਹੈ ਭਾਵ, ਕੰਨਾ ਵਧਾ ਦੇਣਾ। ਭਾਓ ਜਾਓ ਖਾਓ ਪਾਓ। ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਵ ਅਪਾਰ। ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਇਹ ਮੰਗਹਿ ਪਦ ਦਾ ਉਚਾਰਨ ਸ਼ੁੱਧ ਗੱਗੇ ਗੱਗਾ ਵਿੱਚ ਹੈ। ਕਈ ਮੰਗਹਿ ਕਹਿ ਜਾਂਦੇ, ngੰਗਾ ਲਾ ਜਾਂਦੇ ਹਨ। ਮੰਗਹਿ ਗੱਗਾ ਸ਼ੁੱਧ ਉਚਾਰਨ ਕਰਨਾ ਹੈ। ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਇਹ ਵੀ ਫੇਰ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਹੈ। ਫੇਰ ਕੱਕੇ ਤੇ ਸਿਹਾਰੀ ਲੱਗੀ ਹੋਈ ਹੈ, ਕਿ ਉਚਾਰਨ ਕਰਨਾ ਹੈ। ਕੱਕੇ ਸਿਹਾਰੀ ਕੇ ਨਹੀਂ ਕਹਿ ਦੇਣਾ ਲਾਂ ਲਾ ਕੇ। ਫੇਰ ਕਿ ਅੱਗੇ ਰੱਖੀ ਹੈ, ਇੱਥੇ ਵਿਸਰਾਮ। ਜਿਤ ਦਿਸੈ
ਜੇਤ ਪੋਲਾ ਬੋਲਣਾ ਹੈ, ਦਿਸੈ ਵੀ ਪੋਲਾ ਬੋਲਣਾ ਹੈ। ਦਰਬਾਰ, ਦਰਬਾਰ ਬੱਬੇ ਦੇ ਨਾਲ ਉਚਾਰਨ ਕਰਨਾ ਹੈ। ਗੁਰਬਾਣੀ ਵਿੱਚ ਦਰਬਾਰ ਵੀ ਪਦ ਆਉਂਦਾ ਹੈ ਵਾਵੇ ਦੇ ਨਾਲ, ਕਈ ਦਰਬਾਰ ਬੋਲ ਜਾਂਦੇ ਹਨ, ਇਸ ਕਰਕੇ ਇਸ ਦਾ ਉਚਾਰਨ ਬੱਬੇ ਦੇ ਨਾਲ ਸ਼ੁੱਧ ਉਚਾਰਨ ਕਰਨਾ ਹੈ। ਜੇਤ ਦਿਸੈ ਦਰਬਾਰ। ਮੋਹਾ ਕੇ ਬੋਲਣ ਬੋਲੀਐ। ਇਹ ਪਦ ਜਿਹੜਾ ਹੈ ਇਹ ਬਹੁਤ ਜ਼ਿਆਦਾ ਅਸੀਂ ਅਸ਼ੁੱਧ ਬੋਲਦੇ ਹਾਂ, ਕਈ ਤਾਂ ਮੂੰਹੋਂ ਬੋਲ ਜਾਂਦੇ ਹਨ, ਮੰਮੇ ਦੇ ਦਲੈਂਕੜ ਲਾ ਦਿੰਦੇ ਆ, ਮੂੰਹ ਹੋ ਹਾਹੇ ਹੂੜਾ ਨਾਲ ਬਿੰਦੀ ਲੱਗ ਜਾਂਦੀ ਹੈ, ਪਰ ਇਹ ਪਦ ਹੈ ਮੰਮੇ ਔਂਕੜ, ਹਾਹੇ ਕਨੌੜਾ ਹੈ। ਮੂਹਾ, ਮੰਮੇ ਔਂਕੜ ਮੂੰਹ, ਹਾਹੇ ਕਨੌੜਾ ਹਾ, ਮੂਹਾ ਉਚਾਰਨ ਕਰਨਾ ਹੈ, ਮੂੰਹੋਂ ਨਹੀਂ ਬੋਲਣਾ ਹੈ, ਮੂੰਹੋਂ ਨਹੀਂ ਉਚਾਰਨ ਕਰਨਾ। ਮੂਹਾ ਕਿ ਬੋਲਣ ਬੋਲੀ ਹੈ। ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ। ਅੰਮ੍ਰਿਤ ਨਹੀਂ ਕਹਿਣਾ ਹੈ, ਐੜੇ ਉੱਤੇ ਟਿੱਪੀ ਹੈ, ਮੰਮੇ ਦੇ ਹੇਠਾਂ ਚਰਨਾਂ 'ਚ ਰਾਰਾ ਹੈ। ਅੰਮ੍ਰਿਤ, ਐੜੇ ਉੱਤੇ ਟਿੱਪੀ, ਰੇਤ ਪਦ ਪੋਲਾ ਬੋਲਣਾ ਹੈ। ਅੰਮ੍ਰਿਤ ਵੇਲਾ ਪੋਲਾ ਬੋਲਣਾ ਹੈ, ਵੇਲਾ ਨਹੀਂ ਕਹਿ ਦੇਣਾ, ਜੇ ਵੇਲਾ ਕਹਿ ਦਈਏ ਤਾਂ ਉਹਦਾ ਅਰਥ ਜੰਗਲ ਬਣ ਜਾਂਦਾ ਹੈ। ਅੰਮ੍ਰਿਤ ਵੇਲਾ ਸਚ ਨਾਉ। ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਇਹ ਮੋਖ ਦੁਆਰ ਜਿਹੜਾ ਪਾਠ ਹੈ ਸੰਬੰਧਕ ਪਾਠ ਕਰਨਾ ਹੈ। ਕਰਮੀ ਆਵੈ ਕੱਪੜਾ, ਕਪੜਾ ਨਹੀਂ ਕਹਿਣਾ, ਕੱਪੜਾ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਆਪੇ ਆਪ, ਇੱਥੇ ਵਿਸਰਾਮ ਹੈ। ਨਿਰੰਜਨ, ਜੱਜਾ ਜਿਹੜਾ ਹੈ ਇਹਨੂੰ ਸ਼ੁੱਧ ਬੋਲਣਾ ਹੈ। ਥੋੜ੍ਹਾ ਜਿਹਾ ਜੱਜੇ ਨੂੰ ਕੱਸ ਕੇ ਬੋਲਾਂਗੇ ਤਾਂ ਇਹ ਸ਼ੁੱਧ ਬੋਲਿਆ ਜਾਏਗਾ, ਨਹੀਂ ਤਾਂ ਯਈਆ ਬੋਲਿਆ ਜਾਏਗਾ। ਨਿਰੰਜਨ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਇਸੇ ਤਰ੍ਹਾਂ ਹੀ ਇਹ ਜੇਨ ਅਤੇ ਤੇਨ ਦਾ ਉਚਾਰਨ ਕਰਨਾ ਹੈ, ਕਿਉਂਕਿ ਬਾਣੀ ਦੇ ਵਿੱਚ ਇਹ ਵੱਖੋ ਵੱਖਰੇ ਰੂਪ ਦੇ ਵਿੱਚ ਆਉਂਦਾ ਹੈ। ਜੱਜੇ ਸਿਹਾਰੀ ਨੰਨੇ ਦੇ ਅਗਰ ਹਲੰਤ ਲੱਗਿਆ ਹੋਵੇ ਤਾਂ ਉਸ ਦਾ ਉਚਾਰਨ ਕਰਨਾ ਹੈ ਜੇਨ, ਅਤੇ ਜੇ ਜੱਜੇ ਸਿਹਾਰੀ ਉੱਤੇ ਟਿੱਪੀ ਨੰਨਾ ਹੋਵੇ ਤਾਂ ਉਹਦਾ ਉਚਾਰਨ ਕਰਨਾ ਹੈ ਜਿੰਨ। ਅਗਰ ਜੱਜੇ ਸਿਹਾਰੀ ਉੱਤੇ ਟਿੱਪੀ ਨਾਲ ਹਲੰਤ ਵੀ ਨੰਨੇ ਦੇ ਲੱਗਿਆ ਹੋਵੇ ਫਿਰ ਉਚਾਰਨ ਹੈ ਜਿੰਨ। ਯਾਨੀ ਇਹਨਾਂ ਦੀ ਮਿਹਨਤ ਕਰਨੀ ਚਾਹੀਦੀ ਹੈ ਪਦਾਂ ਦੀ। ਜਿੱਥੇ ਹੋਵੇ ਜੇਨ, ਤੇਨ, ਖੇਨ, ਇਹ ਹਲੰਤ ਤੋਂ ਬਗੈਰ ਹਨ। ਅਗਰ ਹਲੰਤ ਲੱਗਿਆ ਨੰਨੇ ਨੂੰ ਫਿਰ ਜੇਨ, ਤੇਨ, ਖੇਨ। ਅਗਰ ਟਿੱਪੀ ਲੱਗੀ ਹੈ ਫਿਰ ਬੋਲਣਾ ਜਿੰਨ, ਤਿੰਨ, ਖਿੰਨ। ਅਗਰ ਟਿੱਪੀ ਵੀ ਲੱਗੀ ਹੈ ਅਤੇ ਹਲੰਤ ਵੀ ਲੱਗਿਆ ਫਿਰ ਬੋਲਣਾ ਜਿੰਨ, ਤਿੰਨ, ਖਿੰਨ। ਯਾਨੀ ਇਹ ਮਿਹਨਤ ਨਾਲ ਉਚਾਰਨ ਸ਼ੁੱਧ ਹੋਵਣਗੇ। ਇੱਥੇ ਉਚਾਰਨ ਕਰਨਾ ਜੇਨ ਸੇਵਿਆ ਤੇਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ। ਹਾਂ, ਗਾਵੀਐ ਪਦ 'ਤੇ ਵਿਸਰਾਮ ਲਾਉਣਾ ਹੈ, ਥੋੜ੍ਹਾ ਜਿਹਾ ਨਖੇਰ ਕੇ ਇਸੇ ਤਰ੍ਹਾਂ ਹੀ ਬੋਲਣਾ। ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ, ਨਾਣਾ ਲਾ ਕੇ ਸੁਣੀਐ। ਗਾਵੀਐ ਸੁਣੀਐ, ਮਨ ਰੱਖੀਐ ਭਾਵ। ਰੱਖੀਐ, ਥੋੜ੍ਹਾ ਜਿਹਾ ਕਸ ਕੇ ਬੋਲਣਾ। ਮਨ ਰੱਖੀਐ ਭਾਵ। ਦੁਖ ਪਰ ਹਰ ਸੁਖ ਘਰ ਲੈ ਜਾਏ। ਪਰਹਰ ਪਾਠ ਇਕੱਠਾ ਹੀ ਕਰਨਾ ਹੈ। ਦੁਖ ਪਰਹਰ, ਸੁਖ ਘਰ, ਇਹ ਸੰਬੰਧਕ ਪਾਠ ਹੈ। ਘਰ ਲੈ ਜਾਏ ਨਹੀਂ ਕਹਿ ਦੇਣਾ ਹੈ, ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਨਾਦੰ ਵੇਦੰ ਇਸ ਤਰ੍ਹਾਂ ਉਚਾਰਨ ਕਰਨਾ, ਗੱਗੇ ਨਹੀਂ ਲਾ ਦੇਣੇ। ਨਾਦੰਗ ਵੇਦੰਗ ਇਸ ਤਰ੍ਹਾਂ ਨਹੀਂ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ, ਬਰਮਾ ਗੁਰ ਪਾਰਬਤੀ ਮਾਈ। ਇਹ ਵਿਸਰਾਮ ਬਰਮਾ ਗੁਰ ਤੇ ਹੀ ਲਾਉਣਾ ਹੈ।
ਅੱਜ ਕੱਲ੍ਹ ਜਿਹੜੇ ਨਵੀਨ ਵਿਦਵਾਨ ਹਨ ਉਹ ਬਰਮਾ ਤੇ ਵਿਸਰਾਮ ਲਾਉਂਦੇ ਹਨ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਪਰ ਸੰਪਰਦਾ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਜੋ ਸੀਨੇ ਬਸੀਨੇ ਦਸਮ ਪਾਤਸ਼ਾਹ ਮਹਾਰਾਜ ਜੀ ਨੇ 48 ਸਿੰਘਾਂ ਨੂੰ ਜੋ ਬ੍ਰਹਮ ਵਿੱਦਿਆ ਪੜ੍ਹਾਈ, ਸਾਰੀ ਸੰਥਿਆ ਕਰਾਈ, ਸਾਰੀ ਕਥਾ ਸੁਣਾਈ, ਉਹੀ ਪਾਠ ਜਿਹੜੇ ਨੇ ਉਹ ਸੰਪਰਦਾ ਦੇ ਵਿੱਚ ਦੱਸੇ ਜਾਂਦੇ ਹਨ। ਉਹਨਾਂ ਤੋਂ ਅੱਗੇ ਜੋ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਹੋਇਆ, ਮਹਾਂਪੁਰਸ਼ਾਂ ਨੇ ਵਿੱਦਿਆ ਪੜ੍ਹੀ, ਤਾਂ ਉਹ ਦੱਸਦੇ ਹਨ ਵੀ ਇਹ ਸੰਪਰਦਾਇ ਦਾ ਅਰਥ ਹੁੰਦਾ ਸੰਗ ਭਲੀ ਪ੍ਰਕਾਰ ਪ੍ਰਦਾਏ, ਵੱਡਿਆਂ ਵਡੇਰਿਆਂ ਤੋਂ ਸਾਨੂੰ ਜੋ ਕੁਝ ਪ੍ਰਦਾਨ ਹੋਇਆ ਹੈ ਉਹਨੂੰ ਸੰਪਰਦਾ ਕਹਿੰਦੇ ਹਨ। ਤਾਂ ਇਹ ਦੱਸਿਆ ਜਾਂਦਾ ਹੈ ਕਿ ਇਸ ਦਾ ਵਿਸਰਾਮ ਜੋ ਹੈ ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਇੱਥੇ ਸ਼ੁੱਧ ਹੈ। ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਹੀ ਟਕਸਾਲ ਵਿੱਚ ਲਵਾ ਦਿੱਤਾ ਜਾਂਦਾ। ਮਹਾਰਾਜ ਸਾਹਿਬ ਨੇ ਜਦੋਂ ਸੰਥਿਆ ਕਰਾਈ ਹੈ ਉਦੋਂ ਇਸੇ ਤਰ੍ਹਾਂ ਹੀ ਉਹ ਦੱਸਿਆ, ਉਵੇਂ ਹੀ ਇਹ ਸੰਪਰਦਾ ਦੇ ਵਿੱਚ ਮੁੱਢ ਤੋਂ ਹੀ ਚੱਲਿਆ ਆ ਰਿਹਾ, ਉਹ ਦੱਸਿਆ ਜਾਂਦਾ ਹੈ ਵਿਦਿਆਰਥੀਆਂ ਨੂੰ। ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਇੱਥੇ ਵਿਸਰਾਮ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਇਹ ਵੀ ਜੇ ਹੋ ਨਹੀਂ ਕਹਿ ਦੇਣਾ ਹਾਹੇ ਹੋੜਾ ਲਾ ਕੇ, ਜੇ ਵੱਖਰਾ ਕਹਿਣਾ ਹੈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ 부ਝਾਈ। ਇਹ ਗੁਰਾ ਪਦ ਤੇ ਬਿੰਦੀ ਨਹੀਂ ਲਾਉਣੀ ਹੈ, ਗੁਰਾ ਹੀ ਉਚਾਰਨ ਕਰਨਾ ਹੈ। ਗੁਰਾ ਇੱਕ ਦੇਹ 부ਝਾਈ, 부ਝਾਈ ਪਦ ਜਿਹੜਾ ਹੈ ਇਹ ਕਸ ਕੇ ਬੋਲਣਾ ਹੈ, 부ਝਾਈ ਨਹੀਂ ਕਹਿਣਾ ਹੈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਵੀ ਕਾਇਕ ਨਹੀਂ ਬੋਲ ਜਾਣਾ ਹੈ। ਕਈ ਸਭਨਾ ਜੀਆ ਕਾਇਕ ਦਾਤਾ ਬੋਲ ਜਾਂਦੇ ਹਨ, ਪਰ ਧਿਆਨ ਨਾਲ ਉਚਾਰਨ ਕਰਨਾ ਹੈ। ਸਭਨਾ ਜੀਆ ਕਾ, ਇੱਥੇ ਥੋੜਾ ਜਿਹਾ ਠਹਿਰਾ ਠਮਕ ਜੀ ਲਾ ਕੇ, ਇੱਕ ਦਾਤਾ, ਇੱਥੇ ਵਿਸਰਾਮ ਹੈ। ਸੋ ਮੈਂ ਨਹੀਂ ਕਹਿ ਦੇਣਾ ਵੀ ਉਹ ਦਾਤਾ ਮੈਂ ਹਾਂ, ਸੋ ਪਦ ਤੇ ਯਮਕ ਲਾ ਦੇਣੀ ਹੈ। ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਭੁੱਲ ਨਾ ਜਾਵੇ ਜੋ ਸਾਰੇ ਜੀਵਾਂ ਦਾ ਦਾਤਾ ਹੈ ਵਾਹਿਗੁਰੂ। ਤੀਰਥ ਨਾਵਾ ਜੇ ਤਿਸ ਭਾਵਾ। ਇਹ ਵੀ ਨਾਵਾ ਪਦ ਜੋ ਹੈ ਭਾਰਾ ਉਚਾਰਨ ਕਰਨਾ ਹੈ, ਨਾਵਾ ਨਹੀਂ ਬੋਲਣਾ ਹੈ। ਜੇ ਤਿਸ ਇਕੱਠਾ ਨਹੀਂ ਕਹਿ ਦੇਣਾ ਹੈ, ਜੇ ਨੂੰ ਨਖੇਰ ਕੇ ਪੜ੍ਹਨਾ ਹੈ। ਤੀਰਥ ਨਾਵਾ ਜੇ ਤਿਸ ਭਾਵਾ। ਵਿਣ ਭਾਣੇ ਕਿ ਨਾਇ ਕਰੀ। ਜੇ ਹਾਂ ਨਾਇ ਕਰੀ। ਜੇਤੀ ਸਿਰਠ ਉਪਾਈ ਵੇਖਾ। ਵਿਣ ਕਰਮਾ ਕਿ ਮਿਲੈ ਲਈ। ਇਸੇ ਤਰ੍ਹਾਂ ਹੀ ਬੋਲਣਾ ਹੈ ਕਿ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਵੀ ਸ਼ੁੱਧ ਉਚਾਰਨ ਕਰਨਾ ਹੈ। ਮਤ ਵਿੱਚ ਇੱਥੇ ਠਮਕ ਹੈ। ਫਿਰ ਬੋਲਣਾ ਹੈ ਰਤਨ ਜਵਾਹਰ ਮਾਣਿਕ, ਨਾਣੇ ਨੂੰ ਸਿਆਰੀ ਲੱਗੀ ਹੋਈ ਹੈ, ਮਾਣਕ ਨਹੀਂ ਕਹਿ ਦੇਣਾ। ਰਤਨ ਜਵਾਹਰ ਮਾਣਿਕ, ਇੱਥੇ ਵਿਸਰਾਮ ਹੈ। ਜੇ ਇੱਕ ਗੁਰਕੀ ਨਹੀਂ ਕਹਿ ਦੇਣਾ। ਆਮ ਗੁਰਕੀ ਪੜ੍ਹ ਜਾਂਦੇ ਹਨ, ਜਿਹੜੇ ਪਾਦ ਹਨ ਇਹਨਾਂ ਨੂੰ ਵੱਖਰਾ ਪੜ੍ਹਨਾ ਹੈ। ਗੁਰ ਕੀ, ਗੁਰ ਕਾ, ਹਰ ਕਾ, ਜਮ ਕਾ। ਇਸ ਤਰ੍ਹਾਂ ਇੱਥੋਂ ਹੀ ਅੱਗੇ ਵੀ ਜਿਹੜਾ ਪਾਠ ਆਏਗਾ, ਮਹਾਂਪੁਰਸ਼ ਇਸ ਤਰ੍ਹਾਂ ਦੱਸਦੇ ਹਨ ਵੀ ਜੇ ਜਪਜੀ ਸਾਹਿਬ ਦਾ ਪਾਠ ਸ਼ੁੱਧ ਹੋ ਜੇ ਫਿਰ ਸਾਰੀ ਸੰਥਿਆ ਸਾਰੀ ਗੁਰਬਾਣੀ ਸ਼ੁੱਧ ਹੋ ਜਾਂਦੀ ਹੈ। ਇਸ ਕਰਕੇ ਗੁਰਕੀ ਨਹੀਂ ਕਹਿਣਾ ਹੈ। ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ 부ਝਾਈ। ਸਭਨਾ ਜੀਆ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ। ਜੇ ਪਦ ਤੇ ਯਮ ਕੇ ਲਾ ਕੇ ਬੋਲਣਾ। ਜੇ ਜੁਗ ਚਾਰੇ ਆਰਜਾ। ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ। ਨਾਲ ਚੱਲੈ ਸਭ ਕੋਇ। ਨਾਲ ਚੱਲੈ ਸਭ ਕੋਇ। ਚੰਗਾ ਨਾਉ ਰਖਾਇ ਕੈ। ਰਖਾਇ ਕੈ ਜਿਹੜਾ ਪਾਠ ਹੈ ਸੰਬੰਧਕ ਪਾਠ ਕਰਨਾ ਹੈ। ਰਖਾਏ ਦੇ ਲਾਂ ਨਹੀਂ ਲਾ ਦੇਣੀ ਹੈ। ਰਖਾਇ ਕੈ, ਚੰਗਾ ਨਾਉ ਰਖਾਇ ਕੈ। ਜਸ ਕੀਰਤ ਜਗ ਲੇ। ਜਗਲੇ ਨਹੀਂ ਕਹਿ ਦੇਣਾ ਹੈ। ਜਗ ਲੇ, ਲੱਲੇ ਲਾਂ ਲੇ, ਇਹਦੇ ਈੜੀ ਦੇ ਸਿਹਾਰੀ ਵੀ ਲੱਗੀ ਹੋਈ ਹੈ। ਇਹਦਾ ਉਚਾਰਨ ਹੈ
ਲੇ ਇਸ ਤਰ੍ਹਾਂ ਬੋਲਣਾ ਹੈ। ਜੇ ਤਿਸ ਨਦਰ ਨ ਆਵਈ ਤਾਂ ਵਾਤ ਨ ਪੁੱਛੈ ਕੇ। ਤਵਾਤ ਇਕੱਠਾ ਨਹੀਂ ਕਹਿਣਾ, ਤਾਂ ਵਾਤ ਨਾ ਪੁੱਛੈ ਕਿ, ਵਾਤ ਵਾਵੇ ਨਾਲ ਬੋਲਣਾ ਹੈ। ਕਈ ਬਾਤ ਹੀ ਬੋਲ ਜਾਂਦੇ ਨੇ, ਬੱਬਾ ਨਹੀਂ ਹੈਗਾ, ਵਾਵਾ ਬੋਲਣਾ ਹੈ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ। ਇਹ ਵੀ ਨਾਨਕ ਪਦ ਤੇ ਯਮਕ ਜ਼ਰੂਰ ਲਾ ਕੇ ਬੋਲਣਾ ਹੈ। ਨਾਨਕ ਨਿਰਗੁਣ ਨਹੀਂ ਕਹਿ ਦੇਣਾ ਹੈ। ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆ ਗੁਣ ਦੇ। ਹਾਂਜੀ, ਗੁਣਵੰਤਿਆ ਗੁਣ ਦੇ, ਇਹ ਵੀ ਗੁਣ ਦੇ ਇਕੱਠਾ ਨਹੀਂ ਬੋਲਣਾ ਹੈ। ਗੁਣਵੰਤਿਆ ਗੁਣ ਦੇ। ਤੇਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ। ਤੇਹਾ ਕੋਈ ਨਾ ਸੁਝਈ, ਇੱਥੇ ਵਿਸਰਾਮ ਹੈ। ਅੱਗੇ ਆ ਗਿਆ ਜੇ, ਜੱਜੇ ਸਿਹਾਰੀ ਦੇ ਨਾਲ। ਜੇ ਤਿਸ ਗੁਣ ਕੋਈ ਕਰੇ, ਇਸ ਦਾ ਉਚਾਰਨ ਸਿਹਾਰੀ ਨਾਲ ਹੀ ਕਰਨਾ ਹੈ। ਇਹਦੇ ਅਰਥਾਂ ਵਿੱਚ ਵੀ ਫਰਕ ਪੈ ਜਾਂਦਾ ਹੈ। ਇਸੇ ਪੌੜੀ ਦੇ ਵਿੱਚ 2 ਵਾਰੀ ਜੇ ਲਾਂ ਦੇ ਨਾਲ ਆਇਆ ਹੈ, ਜਿਸ ਦਾ ਅਰਥ ਹੈ ਜੇਕਰ। ਜਿਵੇਂ ਪਹਿਲਾਂ ਆਇਆ ਜੇ ਜੁਗ ਚਾਰੇ ਆਰਜਾ, ਜੇਕਰ 4 ਜੁਗਾਂ ਦੀ ਉਮਰ ਹੋ ਜਾਵੇ। ਪਰ ਜਿੱਥੇ ਜੱਜੇ ਦੀ ਸਿਹਾਰੀ ਨਾਲ ਆਏਗਾ ਉੱਥੇ ਅਰਥ ਹੈ ਜਿਹੜਾ ਤਿਸ ਗੁਣ ਕੋਏ ਕਰੇ, ਤਿਸ ਵਾਹਿਗੁਰੂ ਦੇ ਉੱਤੇ ਕੋਈ ਗੁਣ ਕੀ ਪਰਪਕਾਰ ਕਰੇ। ਇਸ ਕਰਕੇ ਧਿਆਨ ਨਾਲ ਬੋਲਣਾ ਹੈ। ਲਾਂ ਦੇ ਨਾਲ ਜੇ ਬੋਲਣਾ ਹੈ, ਸਿਹਾਰੀ ਨਾਲ ਜੇ ਉਚਾਰਨ ਕਰਨਾ ਹੈ। ਸੁਣੈ ਸਿੱਧ ਪੀਰ ਸੁਰਨਾਥ। ਇਹ ਵੀ ਸੁਣਿਆ ਉਚਾਰਨ ਕਰਨਾ ਹੈ। ਕਈ ਸੁਣੀਏ ਬੋਲ ਜਾਂਦੇ ਹਨ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ। ਇਸ ਕਰਕੇ ਸੁਣਿਆ, ਐੜੇ ਦੇ ਦਲਾਵਾਂ ਦੇ ਨਾਲ ਬਿੰਦੀ ਵੀ ਨਹੀਂ ਲਾਉਣੀ ਹੈ। ਸੁਣਿਆ, ਇੱਥੇ ਵਿਸਰਾਮ ਹੈ। ਸਿੱਧ ਪੀਰ ਸੁਰ ਨਾਥ ਇਸ ਤਰ੍ਹਾਂ ਬੋਲਣਾ ਹੈ। ਸੁਰਨਾਥ ਇਕੱਠਾ ਨਹੀਂ ਕਹਿਣਾ ਹੈ। ਸੁਣੈ ਧਰਤ ਧਵਲ ਆਕਾਸ। ਆਕਾਸ ਇਹ ਵੱਖਰਾ ਨਹੀਂ ਬੋਲਣਾ, ਇਹ ਪਦ ਇਕੱਠੇ ਹੀ ਬੋਲਨੇ। ਆਕਾਸ, ਦਾਤਾਰ, ਵਿਚਾਰ, ਇਹ ਇਕੱਠੇ ਬੋਲਨੇ ਹਨ। ਸੁਣੈ ਦੀਪ ਲੋ ਪਾਤਾਲ। ਹਾਂ, ਕੰਨੇ ਲਾ ਕੇ ਹੀ ਬੋਲਨੇ ਹਨ। ਆਕਾਸ਼ ਨਹੀਂ ਕਹਿਣਾ, ਆਕਾਸ਼। ਇਸੇ ਤਰ੍ਹਾਂ ਪਾਤਾਲ। ਸੁਣੈ ਪੋਹਿ ਨ ਸਕੈ ਕਾਲ। ਹਾਂ, ਸਕੈ, ਸੁਣਿਆ ਪੋਹ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ। ਇਹ ਭਗਤਾ ਜਿਹੜਾ ਪਦ ਹੈ ਇਹ ਤੱਤੇ ਨਾਲ ਬੋਲਣਾ ਹੈ। ਕਈ ਭਗਤਾ ਕਹਿ ਜਾਂਦੇ ਹਨ, ਧੱਦਾ ਲਾ ਜਾਂਦੇ ਹਨ। ਨਾਨਕ ਪਦ ਤੇ ਵਿਸਰਾਮ ਹੈ। ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ। ਇਹ ਵੀ ਧਿਆਨ ਨਾਲ ਉਚਾਰਨ ਕਰਨਾ ਹੈ। ਸੁਣਿਆ ਦੁਖ ਪਾਪ ਕਾ ਨਾਸ। ਕਾ ਦਾ ਸੰਬੰਧ ਨਾਸ ਨਾਲ ਨਹੀਂ ਕਰਨਾ ਹੈ, ਪਾਪ ਪਦ ਦੇ ਨਾਲ ਸੰਬੰਧ ਕਰਨਾ ਹੈ। ਸੁਣਿਆ ਦੁਖ ਪਾਪ ਕਾ, ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਹੈ, ਫਿਰ ਬੋਲਣਾ ਹੈ ਨਾਸ। ਇਹ ਚਾਰੇ ਪੌੜੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ। ਸੁਣਿਐ ਈਸਰ ਬਰਮਾ ਇੰਦ। ਸੁਣਿਐ ਮੁਖ ਸਾਲਾਹਣ ਮੰਦ। ਸੁਣਿਐ ਇਹ ਸਾਲਾਹਣ ਦੋਵੇਂ ਕੰਨੇ ਲਾ ਕੇ ਬੋਲਣਾ ਹੈ। ਮੁਖ ਸਾਲਾਹਣ ਮੰਦ। ਸੁਣਿਐ ਜੋਗ ਜੁਗਤ ਤਨ ਭੇਦ। ਜੁਗਤ, ਜੋਗ ਜੁਗਤ ਤਨ ਭੇਦ। ਇਹ ਵੀ ਧਿਆਨ ਰੱਖਣਾ ਜਿੱਥੇ 2 ਤੱਤੇ ਆ ਜਾਣ, 2 ਕੱਕੇ ਆ ਜਾਣ, ਕਈ ਵਾਰ 3 ਵੀ ਆ ਜਾਂਦੇ ਹਨ, ਤਾਂ ਉਹਨਾਂ ਨੂੰ ਨਖੇਰ ਕੇ ਪੜ੍ਹਨਾ। ਜਿਵੇਂ ਜੁਗਤ ਦੇ ਪਿੱਛੇ ਵੀ ਤੱਤਾ ਹੈ ਤੇ ਅੱਗੇ ਤਨ ਦੇ ਅੱਗੇ ਵੀ ਤੱਤਾ ਹੈ। ਜੁਗਤ ਤਨ ਨਹੀਂ ਕਹਿਣਾ। ਸੁਣਿਆ ਜੋਗ ਜੁਗਤ ਤਨ ਭੇਦ, ਇਸ ਤਰ੍ਹਾਂ ਬੋਲਣਾ ਹੈ। ਸੁਣਿਐ ਸੁਣਿਆ ਨਾਣਾ ਲਾ ਕੇ। ਸੁਣਿਐ ਸਾਸਤ ਸਿਮਰਿਤ ਵੇਦ। ਇਹ ਸਿਮਰਿਤ ਜਿਹੜਾ ਪਦ ਹੈ ਗੁਰਬਾਣੀ ਦੇ ਵਿੱਚ 5 ਰੂਪਾਂ ਦੇ ਵਿੱਚ ਤਾਂ ਬਹੁਤ ਵਾਰੀ ਆਉਂਦਾ ਹੈ। ਜਿਵੇਂ ਇੱਥੇ ਸੱਸੇ ਸਿਹਾਰੀ, ਮੰਮੇ ਸਿਹਾਰੀ, ਹੇਠਾਂ ਰਾਰਾ, ਤੱਤੇ ਸਿਹਾਰੀ। ਇਹਦਾ ਉਚਾਰਨ ਹੈ ਸਿਮਰਿਤ। ਜੇ ਸੱਸੇ ਉੱਤੇ ਟਿੱਪੀ ਲੱਗੀ ਹੈ, ਮੰਮੇ ਦੇ ਸਿਹਾਰੀ ਹੈ, ਹੇਠਾਂ ਰਾਰਾ ਹੈ, ਤੱਤੀ ਸਿਹਾਰੀ ਹੈ, ਫਿਰ ਉਚਾਰਨ ਹੈ ਸਿਮਰਿਤ। ਕਈ ਵਾਰ ਆਉਂਦਾ ਸੱਸੇ ਸਿਹਾਰੀ, ਮੰਮੇ ਦੇ ਸਿਹਾਰੀ ਨਹੀਂ, ਹੇਠਾਂ ਰਾਰਾ ਹੈ, ਤੱਤੇ ਦੇ ਸਿਹਾਰੀ ਹੈ, ਉਸ ਦਾ ਉਚਾਰਨ ਹੈ ਸਿਮਰਤ। ਮ੍ਰਤ ਉਚਾਰਨ ਹੋਏਗਾ। ਕਈ ਵਾਰ ਰਾਰਾ ਪੂਰਾ ਆ ਜਾਂਦਾ ਹੈ, ਉਹਦਾ ਉਚਾਰਨ ਹੈ ਸਿਮਰਤ।
ਫਿਰ ਆਉਂਦਾ ਹੈ ਸੱਸੇ ਸਿਹਾਰੀ ਉੱਤੇ ਟਿੱਪੀ, ਮੰਮੇ ਦੇ ਸਿਹਾਰੀ ਨਹੀਂ, ਹੇਠਾਂ ਰਾਰਾ ਤੱਤੀ ਸਿਹਾਰੀ ਹੈ, ਉਸ ਦਾ ਉਚਾਰਨ ਹੈ ਸਿਮਰਤ। ਯਾਨੀ ਇੱਕ ਉਚਾਰਨ ਹੈ ਸਿਮਰਿਤ, ਇੱਕ ਹੈ ਸਿਮਰਿਤ, ਇੱਕ ਹੈ ਸਿਮਰਤ, ਇੱਕ ਹੈ ਸਿਮਰਤ ਅਤੇ ਇੱਕ ਹੈ ਸਿਮਰਤ। ਜਿਹੜਾ ਸਿਮਰਤ ਹੈ ਨਾ ਹੇਠਾਂ ਮੰਮੇ ਦੇ ਰਾਰੇ ਵਾਲਾ, ਉਹਦਾ ਅਤੇ ਸਿਮਰਤ ਰਾਰੇ ਪੂਰੇ ਦਾ 19 21 ਦਾ ਫਰਕ ਹੈ, ਥੋੜਾ ਜਿਹਾ ਫਰਕ ਹੈ, ਪਰ ਉਚਾਰਨ ਵੱਖਰਾ ਹੈ। ਇੱਕ ਹੈ ਸਿਮਰਤ, ਇੱਕ ਹੈ ਸਿਮਰਤ ਰਾਰੇ ਪੂਰੇ ਨਾਲ। ਇੱਥੇ ਬੋਲਣਾ ਹੈ ਸਿਮਰਿਤ, ਸੱਸੇ ਸਿਹਾਰੀ ਮੰਮਾ, ਰਾਰੇ ਨੂੰ ਸਿਹਾਰੀ ਲੱਗ ਜਾਣੀ ਹੈ ਰੇਤ, ਸਿਮਰਿਤ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਸੁਣਿਐ ਸਤ ਸੰਤੋਖ ਗਿਆਨ, ਇਹ ਵੀ ਸੰਤੋਖ ਨਹੀਂ ਕਹਿਣਾ, ਉੱਤੇ ਟਿੱਪੀ ਲੱਗੀ ਹੋਈ ਹੈ, ਸੰਤੋਖ ਉਚਾਰਨ ਕਰਨਾ ਹੈ। ਸੁਣਿਆ ਸਤ ਸੰਤੋਖ ਗਿਆਨ। ਸੁਣਿਐ 68 ਕਾ ਇਸਨਾਨ, ਇਹ 68 ਨਹੀਂ ਕਹਿਣਾ ਹੈ, ਇਹ 8 ਅਤੇ 60 ਯਾਨੀ ਅਰਥ ਕਰਨ ਲੱਗਿਆ 68 ਤੀਰਥਾਂ ਦਾ ਵਾਚਕ ਹੈ, ਪਾਠ ਇਕੱਠਾ ਹੀ ਕਰਨਾ 68 ਇਸ ਤਰ੍ਹਾਂ ਉਚਾਰਨ ਕਰਨਾ 68 68 ਕਾ ਇਸਨਾਨ, ਕਾ ਇਸਨਾਨ ਨਹੀਂ ਕਹਿਣਾ ਹੈ। ਸੁਣਿਐ ਪੜ ਪੜ ਪਾਵਹਿ ਮਾਨ, ਹਾਂ ਪੜ ਪੜ ਇਹ ਭਾਰੀ ਪਦ ਉਚਾਰਨ ਕਰਨਾ। ਸੁਣਿਐ ਲਾਗੈ ਸਹਿਜ ਧਿਆਨ, ਸਹਿਜ ਦਾ ਹਾਹਾ ਵੀ ਸ਼ੁੱਧ ਬੋਲਣਾ ਹੈ। ਕਈ ਵਾਰ ਅਸੀਂ ਹਾਹਾ ਜਿਹੜਾ ਹੈ ਉਹ ਫਿੱਕਾ ਜਿਹਾ ਪੈ ਜਾਂਦਾ ਹੈ, ਸਹਿਜ ਬੋਲ ਜਾਂਦੇ ਹਾਂ। ਸਹਿਜ ਹਾਹਾ ਜਿਹੜਾ ਹੈ ਉਹ ਉਚਾਰਨ ਸਹੀ ਕਰਨਾ। ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਪਾਪ ਕਾ ਇਕੱਠਾ ਨਹੀਂ ਕਹਿਣਾ, ਦੁਖ ਪਾਪ ਕਾ ਇਸ ਤਰ੍ਹਾਂ ਬੋਲਣਾ, ਦੁੱਖਾਂ ਪਾਪਾਂ ਦਾ ਨਾਮ ਸੁਣਿਆ, ਬਾਣੀ ਸੁਣਿਆ, ਕਥਾ ਕੀਰਤਨ ਸੁਣਿਆ, ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ, ਖਾਤਮਾ ਹੋ ਜਾਂਦਾ ਹੈ। ਸੁਣਿਐ ਸਰਾ ਗੁਣਾ ਕੇ ਗਾਹ। ਹਾਂ ਗੁਣਾ ਕੇ ਇਕੱਠਾ ਨਹੀਂ ਬੋਲਣਾ, ਸਰਾ ਗੁਣਾ ਕੇ ਗਾਹ। ਗਾਹ ਇਸ ਤਰ੍ਹਾਂ ਹੀ ਬੋਲਿਆ ਜਾਏਗਾ, ਕਈ ਗਾਹਾ ਕਹਿ ਜਾਂਦੇ ਹਨ, ਹਾਹੇ ਕੰਨਾ ਲਾ ਜਾਂਦੇ ਹਨ। ਗਾਹ ਗੱਗੇ ਦੇ ਕੰਨੇ ਨੂੰ ਵਧਾ ਦੇਣਾ, ਗਾਹ। ਸੁਣਿਐ ਸੇਖ ਪੀਰ ਪਾਤਸ਼ਾਹ। ਇਹ ਵੀ ਸੇਖ ਪੀਰ ਪਾਤਸ਼ਾਹ ਉਚਾਰਨ ਕਰਨਾ ਹੈ। ਸੁਣਿਐ ਅੰਧੇ ਪਾਵਹਿ ਰਾਹ। ਰਾਹ ਦੇ ਔਂਕੜ ਲੱਗਿਆ ਹੋਇਆ ਹੈ, ਇਹ ਰਾਹ ਉਚਾਰਨ ਕਰਨਾ ਹੈ। ਕਈ ਕਹਿੰਦੇ ਜੀ ਇਹ ਔਂਕੜ ਨਹੀਂ ਬੋਲ, ਛੱਡ ਦਿਓ, ਇਹਨੂੰ ਰਾਹ ਬੋਲੋ। ਅਤੇ ਜਿਹੜਾ ਪਾਤਸ਼ਾਹ ਹੈ ਇਹਨੂੰ ਪਾਤਸ਼ਾਹ ਬੋਲੋ। ਯਾਨੀ ਕਿੱਡੀ ਮੂਰਖਤਾ ਵਾਲੀ ਗੱਲ ਹੈ ਵੀ ਜਿਹੜਾ ਜਿੱਥੇ ਔਂਕੜ ਲੱਗਿਆ ਉਹ ਛੱਡ ਦਿਓ, ਜਿਹੜਾ ਪਾਤਸ਼ਾਹ ਦੇ ਸ਼ਸ਼ੇ ਸੱਸੇ ਦੇ ਹੇਠਾਂ ਬਿੰਦੀ ਨਹੀਂ ਲੱਗੀ ਆ ਉੱਥੇ ਲਾ ਲਓ। ਮਹਾਰਾਜ ਨੇ ਤਾਂ ਪਾਤਸ਼ਾਹ ਲਿਖਿਆ ਹੈ ਤੇ ਇਸੇ ਤਰ੍ਹਾਂ ਰਾਹ ਔਂਕੜ ਨਾਲ ਲਿਖਿਆ ਹੋਇਆ, ਇਸ ਕਰਕੇ ਮਾਤਰਾ ਛੱਡਣੀਆਂ ਨਹੀਂ, ਇਹਦਾ ਉਚਾਰਨ ਕਰਨਾ ਹੈ। ਪਹਿਲਾਂ ਬੋਲਣਾ ਸੁਣਿਆ ਸੇਖ ਪੀਰ ਪਾਤਸ਼ਾਹ, ਫਿਰ ਦੂਸਰੀ ਪੰਕਤੀ ਹੈ ਸੁਣਿਆ ਅੰਧੇ ਪਾਵਹਿ ਰਾਹੁ। ਰਾਹੋ ਹੂੜਾ ਨਹੀਂ ਲਾਜਣਾ, ਰਾਹੁ ਇਸ ਤਰ੍ਹਾਂ ਬੋਲਣਾ। ਸੁਣਿਐ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨ ਜਾਏ। ਇਸੇ ਤਰ੍ਹਾਂ ਹੀ ਬੋਲਣਾ ਹੈ, ਕੀਗਤ ਨਹੀਂ ਕਹਿ ਦੇਣਾ। ਮੰਨੇ ਕੀ, ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਫਿਰ ਬੋਲਣਾ ਗਾਤ। ਮੰਨੇ ਕੀ ਗਾਤ ਕਹੀ ਨਾ ਜਾਏ। ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ। ਇਹ ਕਾਗਦ ਦੱਦੇ ਦੇ ਨਾਲ ਸ਼ੁੱਧ ਉਚਾਰਨ ਕਰਨਾ, ਕਾਗਦ ਨਹੀਂ ਕਹਿਣਾ, ਕਾਗਦ। ਕਾਗਦ ਕਲਮ ਨਾ ਲਿਖਣਹਾਰ, ਲਿਖਣਹਾਰ ਪੂਲਾ ਹੀ ਬੋਲਣਾ ਹੈ, ਇਹਨੂੰ ਲਿਖਣਹਾਰ ਨਹੀਂ ਕਹਿਣਾ। ਮੰਨੇ ਕਾ ਵਹ ਕਰਨ ਵਿਚਾਰ। ਇਹ ਵੀ ਪਾਠ ਧਿਆਨ ਰੱਖਣ ਵਾਲਾ ਹੈ, ਕਈ ਕਾਬਹਿ ਹੀ ਬੋਲ ਜਾਂਦੇ ਹਨ, ਕਾਬਹਿ ਪਾਠ ਨਹੀਂ ਕਰਨਾ। ਮੰਨੇ ਕਾ ਇੱਥੇ ਵਿਸਰਾਮ ਲਾਉਣਾ ਹੈ ਧਿਆਨ ਦੇ ਨਾਲ। ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ।
ਜੇ ਕੋ ਮਨ ਜਾਣੈ ਮਨ ਕੋਇ। ਇਸ ਪੰਕਤੀ ਦੇ ਵਿੱਚ ਦੋ ਪਦ ਆਏ ਹਨ, ਮੰਮੇ ਉੱਤੇ ਟਿੱਪੀ, ਨੰਨੇ ਸਿਹਾਰੀ। ਇਸ ਦਾ ਉਚਾਰਨ ਹੋਵੇਗਾ ਮਨ, ਕਸ ਕੇ ਮੰਨਣ ਕਰਨਾ। ਅਤੇ ਜਿਹੜਾ ਅੱਗੇ ਮਾਮਾ ਨੰਨੇ ਸਿਹਾਰੀ ਹੈ, ਇਸ ਦਾ ਉਚਾਰਨ ਹੈ ਮਾਨ। ਇੱਕ ਕਸ ਕੇ ਬੋਲਣਾ, ਇੱਕ ਪੋਲਾ ਬੋਲਣਾ। ਜੇ ਕੋ ਮਨ ਜਾਣੈ, ਇੱਥੇ ਵਿਸਰਾਮ। ਦੂਸਰਾ ਬੋਲਣਾ ਹੈ ਮਨ ਕੋਇ। ਮੰਨੈ ਸੁਰਤ ਹੋਵੈ ਮਨ ਬੁੱਧ। ਮਨ ਬੁੱਧ ਨਹੀਂ ਕਹਿਣਾ, ਨਖੇਰ ਕੇ ਦੋਵੇਂ ਪਦ ਜਿਹੜੇ ਆ ਉਚਾਰਨ ਕਰਨੇ ਹਨ। ਮੰਨੈ ਸੁਰਤ ਹੋਵੈ ਮਨ ਬੁੱਧ। ਮੰਨੈ ਸਗਲ ਭਵਨ ਕੀ ਸੁਧ। ਇਹ ਵੀ ਕੀ ਪਦ ਤੇ ਠਮਕ ਜੀ ਲਾ ਕੇ ਬੋਲਣਾ, ਕੀ ਸੁਧ ਨਹੀਂ ਕਹਿਣਾ ਹੈ। ਮੰਨੈ ਪਦ ਤੇ ਵਿਸਰਾਮ ਹੈ। ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ। ਇਹ ਵੀ ਪਦ ਧਿਆਨ ਨਾਲ ਉਚਾਰਨ ਕਰਨਾ ਹੈ। ਮੰਨੈ ਮੋਹ ਚੋਟਾ ਨਾ ਖਾਏ। ਮੰਮੇ ਔਂਕੜ ਹਾਹੇ ਸਿਹਾਰੀ ਹੈ। ਕਈ ਇਸ ਨੂੰ ਮੋਹੇ ਕਹਿ ਜਾਂਦੇ ਹਨ, ਜ਼ਿਆਦਾਤਰ ਮੋਹੇ ਹੀ ਬੋਲਦੇ ਹਨ ਮੰਮੇ ਹੋੜਾ ਹਾਹੇ ਲਾਂ ਦੇ ਨਾਲ, ਜਾਂ ਮੂੰਹ ਕਹਿ ਜਾਂਦੇ ਹਨ। ਇਹਦਾ ਉਚਾਰਨ ਮੰਮੇ ਔਂਕੜ ਲਘੂ ਮਾਤਰਾ ਹੈ। ਹਾਹੇ ਸਿਹਾਰੀ ਜਿਹੜੀ ਆ ਉਹ ਵੀ ਲਘੂ ਮਾਤਰਾ ਹੈ। ਜਿੰਨੀ ਛੇਤੀ ਬੋਲਾਂਗੇ ਸ਼ੁੱਧ ਬੋਲਿਆ ਜਾਏਗਾ। ਮੋਹੇ ਕਈ ਜਿਵੇਂ ਮੰਮੇ ਔਂਕੜ ਹਾਹੇ ਲਾਂ ਹੋਵੇ, ਉਸ ਦਾ ਉਚਾਰਨ ਹੈ ਮੂਹੇ, ਤੂਹੇ, ਖੂਹੇ। ਮੰਮੇ ਹੋੜਾ ਹਾਹੇ ਸਿਹਾਰੀ ਹੋਵੇ ਫਿਰ ਮੋਹ, ਮੋਹ, ਖੋਹ, ਸੋਹ। ਮੰਮੇ ਔਂਕੜ ਹਾਹੇ ਸਿਹਾਰੀ ਹੋਵੇ ਫਿਰ ਉਸ ਦਾ ਬੜੀ ਤੇਜ਼ੀ ਦੇ ਨਾਲ ਬੋਲਣਾ ਹੈ, ਛੇਤੀ ਦੇ ਨਾਲ ਬੋਲਣਾ ਹੈ, ਮੋਹ ਉਚਾਰਨ ਕਰਨਾ ਹੈ। ਮੰਨੈ ਮੋਹ ਚੋਟਾ ਨਾ ਖਾਏ। ਨੰਨੇ ਕੰਨਾ ਜਿਹੜਾ ਉਚਾਰਨ ਹੈ, ਕੰਨੇ ਨਾਲ ਪਹਿਲੀ ਵਾਰ ਪਦ ਆਇਆ ਹੈ ਨਾ, ਇੱਥੇ ਲਮਕਾ ਕੇ ਬੋਲਣਾ ਹੈ। ਜਪਜੀ ਸਾਹਿਬ ਦੇ ਵਿੱਚ 6 ਨੰਨੇ ਕੰਨੇ ਨਾ ਪਦ ਆਉਂਦੇ ਹਨ, ਉਹ ਅੱਗੇ ਆਪਾਂ ਦਰਸ਼ਨ ਕਰ ਹੀ ਲੈਣੇ ਹਨ। ਮੰਨੈ ਮੋਹ ਚੋਟਾ ਨਾ ਖਾਏ। ਮੰਨੈ ਜਮ ਕੈ ਸਾਥ ਨਾ ਜਾਏ। ਜੰਮ ਕਸ ਕੇ ਨਹੀਂ ਬੋਲਣਾ। ਮੰਨੈ ਜਾਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਇ। ਮਨ ਕੋਇ। ਮੰਨੈ ਮਾਰਗ ਠਾਕ ਨ ਪਾਏ। ਮੰਨੈ ਪਤ ਸਿਓ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ। ਹਾਂਜੀ, ਇਹ ਮਗਨ ਪਾਠ ਨਹੀਂ ਕਰਨਾ ਹੈ, ਵੱਖਰਾ ਪਾਠ ਹੈ। ਮਾਗ ਪੋਲਾ ਹੀ ਬੋਲਣਾ ਹੈ। ਮਾਗ ਨਾ ਚੱਲੈ ਪੰਥ। ਮੰਨੈ ਪਦ ਤੇ ਵਿਸਰਾਮ ਹੈ। ਮੰਨੈ ਮਾਗ ਨਾ ਚੱਲੈ ਪੰਥ। ਮੰਨੈ ਧਰਮ ਸੇਤੀ ਸੰਬੰਧ। ਸੰਬੰਧ ਨੰਨੇ ਨਾਲ ਬੋਲਣਾ ਹੈ। ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਇ। ਮਨ ਇਹ ਪੋਲਾ ਬੋਲਣਾ ਹੈ। ਜਿੱਥੇ ਪੋਲੇ ਪਦ ਹੁੰਦੇ ਹਨ ਉਹਨਾਂ ਪਦਾਂ ਨੂੰ ਥੋੜਾ ਜਿਹਾ ਲਮਕਾ ਕੇ ਬੋਲੀਏ ਤਾਂ ਸ਼ੁੱਧ ਬੋਲਦੇ ਹਨ। ਮੰਮਾ ਤੇ ਨੰਨਾ, ਮਾਨ, ਤਾਨ, ਜਾਨ, ਧਨ। ਅਗਰ ਕਸ ਕੇ ਬੋਲਨੇ ਹਨ ਤਾਂ ਦੋਵੇਂ ਜਿਹੜੇ ਅੱਖਰ ਹਨ ਉਹਨਾਂ ਨੂੰ ਜਿੰਨਾ ਜੋੜਾਂਗੇ ਉਹ ਕਸ ਕੇ ਬੋਲੇ ਜਾਂਦੇ ਨੇ। ਮਨ, ਤਨ, ਜਨ, ਧਨ। ਧਿਆਨ ਨਾਲ ਬੋਲਣਾ ਹੈ। ਜੇ ਕੋ ਮਨ ਜਾਣੈ ਮਨ ਕੋਇ। ਮੰਨੈ ਪਾਵਹਿ ਮੋਖ ਦੁਆਰ। ਮੋਖ ਦੁਆਰ ਇੱਥੇ ਵੀ ਸੰਬੰਧਕ ਪਾਠ ਹੈ। ਮੰਨੈ ਪਰਵਾਰੈ ਸਾਧਾਰ। ਸਾਧਾਰ ਇਕੱਠਾ ਬੋਲਣਾ ਹੈ, ਸਾਧਾਰ ਵੱਖਰਾ ਨਹੀਂ ਕਹਿਣਾ। ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰ ਸਿੱਖ। ਗੁਰਸਿੱਖ ਪਾਠ ਸੰਪਰਦਾ ਦੇ ਵਿੱਚ ਇਕੱਠਾ ਹੀ ਕਰਾਇਆ ਜਾਂਦਾ ਹੈ। ਦੂਸਰਾ ਗੁਰ ਸਿੱਖ ਵੱਖਰਾ ਪਾਠ ਹੈ। ਫਿਰ ਅੱਜ ਜਿਹੜੇ ਨਵੀਨ ਵਿਦਵਾਨ ਹਨ ਉਹਨਾਂ ਨੇ ਵਿਆਕਰਨ ਦੇ ਨਿਯਮਾਂ ਅਨੁਸਾਰ ਗੁਟਕਿਆਂ ਵਿੱਚ, ਨਵੀਨ ਪੋਥੀਆਂ ਦੇ ਵਿੱਚ ਗੁਰ ਦੇ ਰਾਰੇ ਦੇ ਔਂਕੜ ਕੱਟ ਦਿੱਤਾ ਹੈ। ਪਰੰਤੂ ਜਿੰਨੇ ਪੁਰਾਤਨ ਸਰੂਪ ਹਨ ਸਾਰੇ ਸਰੂਪਾਂ ਦੇ ਵਿੱਚ ਗੱਗੇ ਦੇ ਵੀ ਔਂਕੜ ਹੈ ਅਤੇ ਰਾਰੇ ਦੇ ਵੀ ਔਂਕੜ ਹੈ। ਸੰਪਰਦਾ ਦੇ ਵਿੱਚ ਵੀ ਇਸ ਨੂੰ ਸੁੱਧ ਮੰਨਿਆ ਜਾਂਦਾ ਹੈ। ਪਾਠ ਇਕੱਠਾ ਹੀ ਕਰਾਇਆ ਜਾਂਦਾ ਹੈ। ਇਸ ਕਰਕੇ ਜਿੱਥੇ ਔਂਕੜ ਨਹੀਂ ਰਾਰੇ ਨੂੰ ਲੱਗਿਆ ਹੋਇਆ ਉਹ ਰਾਰੇ ਦੇ ਔਂਕੜ ਲਾ ਸਕਦੇ ਹਨ। ਮੰਨੈ ਤਰੈ ਤਾਰੇ ਗੁਰਸਿੱਖ। ਮੰਨੈ ਨਾਨਕ ਭਵਹਿ ਨਾ ਭਿਖ। ਇਹ ਨਾਨਕ ਪਦ ਤੇ ਵਿਸਰਾਮ ਲਾਉਣਾ ਹੈ। ਮੰਨੈ ਪਦ ਤੇ ਯਮਕ ਲਾ ਕੇ ਮੰਨੈ ਨਾਨਕ ਇੱਥੇ ਵਿਸਰਾਮ, ਭਵਹਿ ਨਾ ਭਿਖ। ਐਸਾ ਨਾਮ
ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਇ। ਪੰਚ ਪ੍ਰਵਾਨ ਪੰਚ ਪ੍ਰਧਾਨ। ਇਹ ਵੀ ਬਹੁਤ ਧਿਆਨ ਨਾਲ ਉਚਾਰਨ ਕਰਨਾ ਹੈ। ਪ੍ਰਵਾਨ ਨਹੀਂ ਕਹਿਣਾ। ਪ੍ਰਵਾਨ ਕਵਾਂਗੇ ਤਾਂ ਹੇਠਾਂ ਰਾਰਾ ਲੱਗ ਜਾਏਗਾ, ਪ੍ਰਵਾਨ। ਇਸੇ ਤਰ੍ਹਾਂ ਪ੍ਰਧਾਨ ਨਹੀਂ ਕਹਿਣਾ ਹੈ ਹੇਠਾਂ ਰਾਰਾ ਲਾ ਕੇ, ਰਾਰਾ ਪੂਰਾ ਬੋਲਣਾ ਹੈ। ਪੰਚ ਪਰਵਾਨ ਪੰਚ ਪ੍ਰਧਾਨ। ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ। ਪੰਚੇ ਸੋਹ ਹੈ, ਇੱਥੇ ਵਿਸਰਾਮ। ਦਰਰਾ ਜਾਨ ਨਹੀਂ ਕਹਿ ਦੇਣਾ, ਦਰ ਵੱਖਰਾ ਬੋਲਣਾ ਹੈ, ਰਾਜਾਨ ਇਕੱਠਾ ਕਹਿਣਾ ਹੈ। ਪੰਚੇ ਸੋਹ ਹੈ ਦਰ ਰਾਜਾਨ। ਪੰਚਾਂ ਕਾ ਗੁਰ ਏਕ ਧਿਆਨ। ਪੰਚਾਂ ਦੇ ਬਿੰਦੀ ਲੱਗੀ ਹੈ ਚਾਂ ਦੇ, ਇਸ ਕਰਕੇ ਸੁੱਧ ਬੋਲਣਾ ਹੈ। ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ। ਇਹ ਕਹੈ ਪਦ ਵੀ ਧਿਆਨ ਨਾਲ ਬੋਲਣਾ ਹੈ। ਕਈ ਕਹਿ ਜਾਂਦੇ ਹਨ, ਕੱਕੇ ਦੇ ਵੀ ਦਲਾਵਾਂ ਲਾ ਦਿੰਦੇ ਹਨ। ਕਹੈ ਬਹੈ ਸਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ। ਜੇ ਕੋ ਕਹੈ ਕਰੈ ਵਿਚਾਰ। ਕਰਤੇ ਕੈ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ। ਇਹ ਆਮ ਸਾਰੇ ਦਇਆ ਹੀ ਕਹਿੰਦੇ ਹਨ। ਈੜੀ ਦੇ ਸਿਹਾਰੀ ਲਾ ਕੇ ਬੋਲਣਾ ਹੈ, ਦਇਆ ਉਚਾਰਨ ਕਰਨਾ ਹੈ, ਦਇਆ ਨਹੀਂ ਕਹਿਣਾ। ਧੌਲ ਦੇ ਕਨੌੜਾ ਹੈ, ਧੂਲ ਨਹੀਂ ਕਹਿਣਾ ਹੈ। ਧੌਲ ਧਰਮ ਦਇਆ ਕਾ ਪੂਤ, ਕਾਪੂਤ ਪਾਠ ਨਹੀਂ ਕਰਨਾ। ਦਇਆ ਕਾ ਇੱਥੇ ਥੋੜਾ ਜਿਹਾ ਰੁਕ ਕੇ ਬੋਲਣਾ ਹੈ। ਦਇਆ ਕਾ ਪੂਤ। ਸੰਤੋਖ ਥਾਪ ਰੱਖਿਆ ਜਿਨ ਸੂਤ। ਚਾਲ ਅਨੁਸਾਰ ਸੰਪਰਦਾ ਦੇ ਵਿੱਚ ਥਾਪ ਤੇ ਹੀ ਵਿਸਰਾਮ ਲਵਾਇਆ ਜਾਂਦਾ ਹੈ। ਕਈ ਰੱਖਿਆ ਤੇ ਲਾਉਂਦੇ ਹਨ, ਪਰ ਚਾਲ ਅਨੁਸਾਰ ਸੰਤੋਖ ਥਾਪ ਰੱਖਿਆ ਜੇਨ ਸੂਤ। ਜੇ ਕੋ ਬੁੱਝੈ ਬੁੱਝਾ ਝੱਜੇ ਨਾਲ। ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ। ਇਹ ਵੀ ਉੱਪਰ ਨੂੰ ਬਹੁਤੇ ਜਿਹੜੇ ਨੇ ਉੱਪਰ ਕਹਿ ਜਾਂਦੇ ਹਨ ਦਲੈਂਕੜ ਲਾ ਕੇ। ਸ਼ੁੱਧ ਬੋਲਣਾ ਉੱਪਰ। ਧਵਲਾ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ। ਮੁੱਖ ਰੂਪ ਦੇ ਵਿੱਚ ਸੰਪਰਦਾ 'ਚ ਇਸੇ ਤਰ੍ਹਾਂ ਹੀ ਚਾਲ ਅਨੁਸਾਰ ਵਿਸਰਾਮ ਲਵਾਏ ਜਾਂਦੇ ਹਨ। ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ। ਕਈ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਇਸ ਤਰ੍ਹਾਂ ਲਾਉਂਦੇ ਹਨ, ਪਰ ਮੁੱਖ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਵੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਇ। ਇਹੋ ਜਿਹੜਾ ਪਦ ਹੈ ਇਹ ਈੜੀ ਲਾਂ ਹਾਹੇ ਔਂਕੜ ਲੱਗਿਆ ਹੋਇਆ ਹੈ। ਇਸ ਦਾ ਉਚਾਰਨ ਕਰਨਾ ਹੈ, ਈੜੀ ਦੀ ਲਾਂ ਨੂੰ ਵਧਾ ਦੇਣਾ, ਹਾਹੇ ਔਂਕੜ ਬੋਲਣਾ ਹੈ। ਕਿਤੇ ਈੜੀ ਲਾਂ ਹਾਹੇ ਹੋੜੇ ਨਾਲ ਵੀ ਆਉਂਦਾ, ਉਹਦਾ ਉਚਾਰਨ ਹੈ ਇਹੋ। ਕਿਤੇ ਆਉਂਦਾ ਈੜੀ ਸਿਹਾਰੀ ਹਾਹੇ ਔਂਕੜ, ਉਸ ਦਾ ਉਚਾਰਨ ਹੈ ਇਹੋ। ਯਾਨੀ ਇਹ ਤਿੰਨ ਉਚਾਰਨ ਬੜੇ ਧਿਆਨ ਨਾਲ ਕਰਨੇ ਚਾਹੀਦੇ ਹਨ। ਇਹੋ ਮੇਹੋ ਸੇਹੋ ਖੇਹੋ, ਇਹ ਈੜੀ ਲਾਂ ਹਾਹੇ ਔਂਕੜ ਦਾ ਉਚਾਰਨ ਹੈ। ਇਹੋ ਮੇਹੋ ਸੇਹੋ ਖੇਹੋ, ਇਹ ਈੜੀ ਲਾਂ ਹਾਹੇ ਹੋੜੇ ਦਾ ਉਚਾਰਨ ਹੈ। ਇਹੋ ਮੇਹੋ ਸੇਹੋ ਖੇਹੋ, ਇਹ ਈੜੀ ਸਿਹਾਰੀ ਹਾਹੇ ਔਂਕੜ ਦਾ ਉਚਾਰਨ ਹੈ। ਯਾਨੀ ਇਹ ਧਿਆਨ ਨਾਲ ਉਚਾਰਨ ਕਰਨੇ ਹਨ। ਇਹੋ ਲੇਖਾ ਲਿਖ ਜਾਣਾ ਕੋਇ। ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ। ਸਵਾਲਿਹੋ ਜਿਹੜਾ ਪਦ ਹੈ ਥੋੜਾ ਜਿਹਾ ਕਸ ਕੇ ਬੋਲਣਾ ਹੈ। ਸਵਾਲਿਹੋ ਕੀਤਾ ਤਾਣ ਸਵਾਲਿਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰਿਆਉ। ਦਰਿਆਓ ਨਹੀਂ ਉਚਾਰਨ ਕਰਨਾ, ਬਿਹਾਰੀ ਨਾਲ ਦੀਰਘ ਉਚਾਰਨ ਕਰਨਾ। ਦਰਿਆਓ ਤਿਸ ਤੇ ਹੋਏ ਲੱਖ ਦਰਿਆਓ, ਹੋਏ ਦੇ ਲਾਂ ਲੱਗੀ ਹੋਈ ਹੈ, ਇਸ ਨੂੰ ਹੋਏ ਨਹੀਂ ਕਹਿਣਾ ਹੋਏ। ਤਿਸ ਤੇ ਹੋਏ ਲੱਖ ਦਰਿਆਓ।
ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ। ਹਾਂ, ਤੁਧ ਪਦ ਜਿਹੜਾ ਥੋੜਾ ਜਿਹਾ ਕਸ ਕੇ ਬੋਲਣਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਵੀ ਤੂੰ ਨਹੀਂ ਕਹਿਣਾ ਹੈ, ਟਿੱਪੀ ਨਹੀਂ ਲੱਗੀ ਹੋਈ ਹੈ। ਤੂੰ ਸਦਾ ਸਲਾਮਤ, ਇੱਥੇ ਵਿਸਰਾਮ ਹੈ। ਨਿਰੰਕਾਰ। ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਵ। ਇਹ ਜਾਪ ਤਾਪ ਪੂਲੇ ਹੀ ਪਦ ਉਚਾਰਨ ਕਰਨੇ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਇਹ ਵੀ ਜੋਗ। ਗ੍ਰੰਥ ਕਈ ਬੋਲ ਜਾਂਦੇ ਨੇ ਹੇਠਾਂ ਰਾਰਾ ਲਾ ਕੇ, ਗ੍ਰੰਥ ਹੀ ਬੋਲਣਾ ਹੈ। ਰਾਰਾ ਪੂਰਾ ਹੈ, ਗ੍ਰੰਥ ਨਹੀਂ ਕਹਿਣਾ, ਗ੍ਰੰਥ। ਅਸੰਖ ਗ੍ਰੰਥ ਮੁਖ ਵੇਦ ਪਾਠ। ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ। ਇਹ ਮੰਮੇ ਔਂਕੜ ਹਾਹਾ ਹੀ ਹੈ। ਮੁਹ ਉਚਾਰਨ ਕਰਨਾ ਹੈ, ਮੂਹ ਨਹੀਂ ਕਹਿਣਾ। ਮੂਹ ਮੰਮੇ ਦਲੈਂਕੜ ਲਾ ਕੇ ਮੂਹ ਵੀ ਨਹੀਂ ਕਹਿਣਾ ਹੈ। ਮੰਮੇ ਔਂਕੜ ਲਾ ਕੇ ਮੋਹ ਭੱਖ ਕਸ ਕੇ ਬੋਲਣਾ ਹੈ। ਅਸੰਖ ਸੂਰ ਮੋਹ ਭੱਖ ਸਾਰ। ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਾਵਣ ਕਹਾ ਵਿਚਾਰ। ਇਸੇ ਤਰ੍ਹਾਂ ਹੀ ਕੁਦਰਤ ਰਾਰਾ ਪੂਰਾ ਬੋਲਣਾ ਹੈ। ਕਈ ਵਾਰ ਕੁਦਰਤ ਦਰਤ ਬੋਲਿਆ ਜਾਂਦਾ ਹੈ। ਕੁਦਰਤ ਰਾਰਾ ਪੂਰਾ ਉਚਾਰਨ ਸ਼ੁੱਧ ਕਰਨਾ ਹੈ। ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਰਾਰੇ ਦੀ ਸਿਹਾਰੀ ਲਾ ਕੇ, ਨੰਨੇ ਨੂੰ ਸਿਹਾਰੀ ਲਾ ਕੇ। ਅਸੰਖ ਮੂਰਖ ਅੰਧ ਘੋਰ। ਅੰਧ ਦੱਦੇ ਨਾਲ ਨਹੀਂ ਬੋਲਣਾ, ਧੱਦੇ ਨਾਲ ਬੋਲਣਾ ਹੈ। ਅੰਧ ਅਸੰਖ ਮੂਰਖ ਅੰਧ ਘੋਰ। ਅਸੰਖ ਚੋਰ ਹਰਾਮ ਖੋਰ। ਹਰਾਮ ਖੋਰ ਵੀ ਪੋਲਾ ਬੋਲਣਾ ਹੈ, ਹਰਾਮ ਖੋਰ ਨਹੀਂ ਕਹਿਣਾ ਹੈ। ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹਿ ਜੋਰ। ਅਸੰਖ ਗਲ ਵੱਢ ਹੱਤਿਆ ਕਮਾਹਿ। ਗਾਲ ਪੋਲਾ ਬੋਲਣਾ ਹੈ, ਵੱਢ ਕਸ ਕੇ ਬੋਲਣਾ ਹੈ। ਪਾਠ ਇਕੱਠਾ ਹੀ ਹੈ, ਵਿੱਚ ਡੈਸ਼ ਲਾ ਕੇ ਉਚਾਰਨ ਕਰਨਾ ਹੈ। ਅਸੰਖ ਗਾਲ ਵੱਢ ਹੱਤਿਆ ਕਮਾਹਿ। ਅਸੰਖ ਪਾਪੀ ਪਾਪ ਕਰ ਜਾਹਿ। ਅਸੰਖ ਕੂੜਿਆਰ। ਪਾਪ ਕਰਜਾ ਹੀ ਇਕੱਠਾ ਨਹੀਂ ਬੋਲਣਾ। ਅਸੰਖ ਪਾਪੀ ਪਾਪ ਕਰ ਜਾਹਿ। ਅਸੰਖ ਕੂੜਿਆਰ ਕੂੜੇ ਫਿਰਾਹਿ। ਕੁੜਿਆਰ ਨਹੀਂ ਉਚਾਰਨ ਕਰਨਾ, ਦਲੈਂਕੜ ਨਾਲ ਉਚਾਰਨ ਕਰਨਾ ਹੈ। ਅਸੰਖ ਕੂੜਿਆਰ ਕੂੜੇ ਫਿਰਾਹਿ। ਅਸੰਖ ਮਲੇਛ ਮਲ ਭਖ ਖਾਹਿ। ਮਲੇਸ਼ ਸ਼ਸ਼ੇ ਨਾਲ ਨਹੀਂ ਬੋਲਣਾ ਹੈ, ਛੱਛਾ ਉਚਾਰਨ ਕਰਨਾ ਹੈ। ਅਸੰਖ ਮਲੇਛ ਮਲ ਪੋਲਾ ਬੋਲਣਾ ਹੈ, ਮਲ ਨਹੀਂ ਕਹਿ ਦੇਣਾ। ਅਗਰ ਮਲ ਕਹਿ ਦਿੱਤਾ ਉਹਦਾ ਅਰਥ ਹੈ ਪਹਿਲਵਾਨ ਘੋਲੀ। ਮਲ ਮੈਲ। ਅਸੰਖ ਮਲੇਛ ਮਲ ਭਖ ਖਾਹਿ। ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹੈ ਵਿਚਾਰ। ਇਹ ਨਾਨਕ ਪਦ ਤੇ ਹੀ ਵਿਸਰਾਮ ਹੈ। ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ। ਅਸੰਖ ਕਹਿ ਇੱਥੇ ਵਿਸਰਾਮ। ਸਿਰ ਭਾਰ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹੈ। ਅਸੰਖ ਕਹਿ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ। ਅੱਖਰੀ ਪਦ ਕਸ ਕੇ ਹੀ ਉਚਾਰਨ ਕਰਨੇ ਹਨ, ਅਖਰੀ ਨਹੀਂ ਕਹਿਣਾ ਹੈ। ਅਖਰੀ ਨਾਮ ਅਖਰੀ ਸਾਲਾਹ। ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਪਦ ਤੇ ਵਿਸਰਾਮ ਹੈ। ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ।
ਅਖਰਾ ਸਿਰ ਸੰਜੋਗ ਵਖਾਣ ਇਹ ਵਿਸਰਾਮ ਸਿਰ ਪਦ ਤੇ ਵਿਸਰਾਮ ਲਾਉਣਾ ਹੈ। ਅੱਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਇਹ ਜਿਨ ਨਹੀਂ ਬੋਲਣਾ, ਜੇਨ ਹੈ, ਟਿੱਪੀ ਨਹੀਂ ਲੱਗੀ ਹੋਈ। ਜੇਨ ਇਹ ਲਿਖੇ, ਜਿਨ ਇਹ ਲਿਖੇ ਤਿਸ ਸਿਰ ਨਾਹਿ ਹਾਂ ਤੇਸ ਸਿਰ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹੈ। ਸਿਰ ਨਾਹੇ ਨਹੀਂ ਕਹਿਣਾ। ਜੇਨ ਇਹ ਲਿਖੇ ਤਿਸ ਸਿਰ ਨਾਹੀ, ਜਿਹਨੇ ਲੇਖ ਲਿਖੇ ਹਨ ਉਸ ਦੇ ਉੱਤੇ ਲੇਖ ਨਹੀਂ ਹਨ। ਜਿਵ ਫਰਮਾਏ ਤਿਵ ਤਿਵ ਪਾਹਿ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਭਲੀ ਭਲੀ ਨਹੀਂ ਬੋਲਣਾ, ਭਲੀ ਪੋਲਾ ਹੀ ਬੋਲਣਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ। ਹਾਂਜੀ ਇਹ ਵੱਖਰਾ ਹੀ ਪਾਠ ਬੋਲਣਾ ਹੈ। ਭਰੀਐ ਹੱਥ ਪੈਰ ਤਨ ਦੇਹ, ਭਰੀਐ ਪਦ ਤੇ ਵਿਸਰਾਮ ਹੈ। ਪਾਣੀ ਧੋਤੈ ਪੁੱਤਰ ਸੋ ਖੇਹ। ਇਹ ਉੱਤਰ ਸੋ ਖੇਹ ਵੱਖਰਾ ਪਾਠ ਕਰਨਾ ਹੈ। ਸੋ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ। ਪਾਣੀ ਧੁੱਤੈ ਉੱਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਇਹ ਸਾਬੂਣ ਥੋੜਾ ਜਿਹਾ ਕਸ ਕੇ ਬੋਲਣਾ ਹੈ। ਸਾਬੂਣ ਨਹੀਂ ਕਹਿਣਾ। ਦੇ ਸਾਬੂਣ ਇੱਥੇ ਵਿਸਰਾਮ। ਲਈਆ ਉਹ ਧੋਏ, ਉਹ ਹਾਹੇ ਦੇ ਹੂੜਾ ਲਾ ਕੇ ਨਹੀਂ ਬੋਲਣਾ, ਊੜਾ ਖੁੱਲੇ ਮੂੰਹ ਵਾਲਾ ਹੈ। ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਧੁੱਪੈ ਭੈ ਨਹੀਂ ਬੋਲਣਾ, ਧੁੱਪੈ ਪੱਪੇ ਨਾਲ ਉਚਾਰਨ ਕਰਨਾ ਹੈ। ਉਹ ਧੁੱਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹਿ ਨਾਣਾ ਲਾ ਕੇ ਆਖਣ। ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹ। ਤੀਰਥ ਤਪ ਦਇਆ ਦਤ ਦਾਨ ਹਾਂ ਦੱਤ ਥੋੜਾ ਜਿਹਾ ਦਰਮਿਆਨਾ ਜਿਹਾ ਬੋਲਣਾ ਹੈ, ਨਾ ਬਹੁਤਾ ਕਸ ਕੇ ਨਾ ਪੋਲਾ। ਤੀਰਥ ਤਾਪ ਦਇਆ ਦਤ ਦਾਨ। ਜੇ ਕੋ ਪਾਵੈ ਤਿਲ ਕਾ ਮਾਨ ਇਹ ਵੀ ਤਿਲਕਾ ਇਕੱਠਾ ਨਹੀਂ ਬੋਲਣਾ, ਨਾ ਕਹਿਣਾ ਕਾਮਾਨ ਉਚਾਰਨ ਕਰਨਾ ਹੈ। ਜੇ ਕੋ ਪਾਵੈ ਇੱਥੇ ਵਿਸਰਾਮ। ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾਤ ਤੀਰਥ ਮਲ ਨਾਉ। ਹਾਂਜੀ ਮਾਲ ਪੋਲਾ ਬੋਲਣਾ ਹੈ, ਨਾਉ ਭਾਰਾ ਉਚਾਰਨ ਕਰਨਾ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨ ਹੋਏ। ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ। ਜੀ ਵਖਤ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ। ਕਵਨ ਸੁ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ। ਕਵਣ ਸੇ ਰੁੱਤੀ ਮਾਹੁ ਕਵਣ ਜਿਤ ਹੁਆ ਆਕਾਰ। ਜਿਤ ਪੋਲਾ ਹੀ ਬੋਲਣਾ ਹੈ। ਜਿਤ ਹੁਆ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ। ਹਾਂਜੀ ਪੁਰਾਣ ਉਚਾਰਨ ਕਰਨਾ ਹੈ। ਵਖਤ ਨਾ ਪਾਇਓ ਕਾਦੀਆ। ਵੇਲ ਪਦ ਤੇ ਵੀ ਯਮਕ ਹੈ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆ। ਕਾਦੀਆ ਪੋਲਾ ਬੋਲਣਾ ਹੈ। ਕਾਜ਼ੀਆਂ ਦਾ ਵਾਚਕ ਹੈ, ਕਾਦੀਆ ਨਹੀਂ ਕਹਿਣਾ। ਕਾਦੀਆ ਤਾਂ ਇੱਕ ਸ਼ਹਿਰ ਹੈ। ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ। ਜੇ ਲਿਖਨ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ
ਰੁੱਤ ਮਾਹ ਨਾ ਕੋਈ। ਇੱਥੇ ਦੋ ਪਦ ਨੰਨੇ ਕੰਨੇ ਦੇ ਨਾਲ ਆ ਗਏ ਹਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ। ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਣੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਜਿਹੜਾ ਇੱਕ ਦੂ ਇੱਕ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਕਰਨਾ ਹੈ। ਇੱਕ ਸਿਆਣਾ ਨਹੀਂ ਕਹਿਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨ ਸੋਹੈ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਵਾਤ। ਸਹਸ 18 ਕਹਿਨ ਕਤੇਬਾ, ਅਸਲੂ ਇੱਕ ਧਾਤ। ਹਾਂਜੀ, ਅਸਲੂ ਇੱਕ ਇੱਥੇ ਯਮ ਠਮਕ ਜੀ ਲਾ ਕੇ ਬੋਲਣਾ ਹੈ। ਸਹਸ 18 ਕਹਿਨ ਕਤੀਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹਿ ਏਤੀ ਸੁਰਤ ਨਾ ਪਾਈਆ, ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੁ ਨਾ ਵਿਸਰਹਿ। ਜੇ ਤਿਸ ਮਨਹੁ ਨਾ ਵੀਸਰਹਿ, ਜੇ ਪਦ ਤੇ ਯਮਕ ਲਾ ਕੇ ਬੋਲਣਾ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੁ ਨਾ ਵੀਸਰਹਿ। ਅੰਤ ਨ ਸਿਫਤੀ, ਕਹਿਣ ਨ ਅੰਤ। ਸਿਫਤੀ ਫੱਫੇ ਦੇ ਨਾਲ ਸ਼ੁੱਧ ਬੋਲਣਾ। ਅੰਤ ਨ ਸਿਫਤੀ, ਕਹਿਣ ਨ ਅੰਤ। ਅੰਤ ਨ ਕਰਣੈ, ਦੇਣ ਨ ਅੰਤ। ਅੰਤ ਨ ਵੇਖਣ, ਸੁਣਨ ਨ ਅੰਤ। ਸੁਣਨ ਨਾਲੇ ਦੋਵੇਂ ਸ਼ੁੱਧ ਬੋਲਨੇ ਹਨ। ਸੁਣਨ ਨਹੀਂ ਕਹਿਣਾ, ਸੁਣਨ। ਅੰਤ ਨ ਵੇਖਣ, ਸੁਣਨ ਨ ਅੰਤ। ਅੰਤ ਨ ਜਾਪੈ, ਕਿਆ ਮਨ ਮੰਤ। ਇਹ ਵੀ ਕਿਆ ਮਨ ਇਕੱਠਾ ਨਹੀਂ ਕਹਿ ਦੇਣਾ, ਵੱਖਰਾ ਵੱਖਰਾ ਪਾਠ ਬੋਲਣਾ ਹੈ। ਕਿਆ ਮਨ ਮੰਤ। ਅੰਤ ਨ ਜਾਪੈ, ਕੀਤਾ ਆਕਾਰ। ਅੰਤ ਨ ਜਾਪੈ, ਪਾਰਾਵਾਰ। ਅੰਤ ਕਾਰਣ, ਕੀਤੇ ਬਿਲ ਲਾਹਿ। ਇਹ ਬਿਲ ਲਾਹੇ ਪਦ ਦੇ ਵਿੱਚ ਦੋ ਲੱਲੇ ਹਨ। ਬਿਲਾਹੇ ਨਹੀਂ ਕਹਿਣਾ, ਬਿਲ ਲਾਹੇ। ਦੋਵੇਂ ਇਕੱਠੇ ਪਾਠ ਇਕੱਠਾ ਹੀ ਹੈ, ਪਰ ਲੱਲੇ ਸ਼ੁੱਧ ਬੋਲਨੇ ਹਨ। ਅੰਤ ਕਾਰਨ ਕੀਤੇ ਬਿਲ ਲਾਹੇ। ਤਾ ਕੇ ਅੰਤ ਨ ਪਾਏ ਜਾਹਿ, ਇਹੋ ਅੰਤ ਨ ਜਾਣੈ ਕੋਇ। ਬਹੁਤਾ ਕਹੀਐ ਬਹੁਤਾ ਹੋਇ, ਵੱਡਾ ਸਾਹਿਬ ਉੱਚਾ ਥਾਉ। ਉੱਚੇ ਉੱਪਰ ਉੱਚਾ ਨਾਉ। ਇਹ ਵੀ ਉੱਪਰ ਹੀ ਬੋਲਣਾ, ਉੱਪਰ ਨਹੀਂ ਕਹਿ ਦੇਣਾ। ਏ ਵੱਡ ਉੱਚਾ ਹੋਵੈ ਕੋਇ, ਤਿਸ ਉੱਚੇ ਕੋ ਜਾਣੈ ਸੋਇ। ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਇਹ ਜਾਏ, ਵੀ ਨੰਨੇ ਕੰਨਾ ਨਾ ਇੱਥੇ ਚੌਥੀ ਵਾਰ ਆ ਗਿਆ। ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ। ਜੋਧ ਧੱਦੇ ਨਾਲ ਬੋਲਣਾ ਹੈ। ਮੰਗਹਿ, ਮੰਗਹਿ ਇਸ ਤਰ੍ਹਾਂ ਬੋਲਣਾ ਹੈ। ਕੀਤੀ ਮੰਗਹਿ ਜੋਧ ਅਪਾਰ। ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟਹਿ ਵੇਕਾਰ। ਹਾਂ, ਖਾਪ ਪੋਲਾ ਬੋਲਣਾ ਹੈ। ਟੁੱਟਾ ਹੈ ਉਚਾਰਨ ਕਰਨਾ ਹੈ ਤੱਤੇ ਦੇ ਨਾਲ। ਟੁੱਟਾ ਹੈ ਨਹੀਂ ਕਹਿਣਾ। ਕੀਤੇ ਖਾਪ ਟੁੱਟਾ ਹੈ ਬੇਕਾਰ। ਕੇਤੇ ਲੈ ਲੈ, ਕੀਤੇ ਪਾਤੇ ਵਿਸਰਾਮ ਲਾ ਦੋ। ਕੇਤੇ
ਲੈ ਲੈ ਮੁੱਕਰ ਪਾਹ। ਹਾਂ, ਮੁੱਕਰ ਬੋਲਣਾ ਹੈ, ਇਸ ਨੂੰ ਮੁਕਰ ਨਹੀਂ ਕਹਿਣਾ। ਮੁਕਰ ਦਾ ਅਰਥ ਸ਼ੀਸ਼ਾ ਹੁੰਦਾ ਹੈ। ਕੀਤੇ ਲੈ ਲੈ ਮੁਕਰ ਪਾਹੀ, ਮੁੱਕਰ ਪਾਹੀ, ਕੀਤੇ ਲੈ ਲੈ ਮੁੱਕਰ ਪਾਹੀ। ਕੇਤੇ ਮੂਰਖ ਕਈ ਲੈ ਲੈ ਤੇ ਵੀ ਵਿਸਰਾਮ ਲਾ ਦਿੰਦੇ ਹਨ, ਪਰ ਕੀਤੇ ਲੈ ਲੈ ਮੁੱਕਰ ਪਾਹੀ, ਲੈ ਲੈ ਕੇ ਮੁੱਕਰ ਪੈਂਦੇ ਹਨ। ਕੇਤੇ ਮੂਰਖ ਖਾਹੀ ਖਾਹ। ਕੇਤਿਆ ਦੁਖ ਭੂਖ ਸਦ ਮਾਰ। ਸਾਧ ਪੋਲਾ ਹੀ ਬੋਲਣਾ, ਇਹਨੂੰ ਸੱਦ ਨਹੀਂ ਕਹਿਣਾ ਹੈ। ਇਹ ਭੇ ਦਾਤ ਤੇਰੀ ਦਾਤਾਰ। ਮੁੱਖ ਰੂਪ ਦੇ ਵਿੱਚ ਭੇ ਪਦ ਤੇ ਹੀ ਚਾਲ ਅਨੁਸਾਰ ਵਿਸਰਾਮ ਸੰਪਰਦਾ ਵਿੱਚ ਲਵਾਇਆ ਜਾਂਦਾ ਹੈ। ਉਂਝ ਇਹ ਭੇ ਇਹ ਮੁੱਖ ਰੂਪ ਵਿੱਚ ਵਿਸਰਾਮ ਹੈ। ਇਹ ਭੇ ਦਾਤ ਤੇਰੀ ਦਾਤਾਰ। ਕਈ ਇਹ ਭੇ ਦਾਤ ਤੇਰੀ ਦਾਤਾਰ ਇਸ ਤਰ੍ਹਾਂ ਵੀ ਲਾਉਂਦੇ ਹਨ, ਕਈ ਇਸ ਤਰ੍ਹਾਂ ਲਾਉਂਦੇ ਹਨ ਇਹ ਭੇ ਦਾਤ ਤੇਰੀ ਦਾਤਾਰ। ਮੁੱਖ ਵਿਸਰਾਮ ਹੈ ਇਹ ਭੇ, ਇੱਥੇ ਵਿਸਰਾਮ ਦਾਤ ਤੇਰੀ, ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ, ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ। ਬੰਦ ਦੱਦੇ ਨਾਲ ਬੋਲਣਾ ਹੈ, ਬੰਦ ਨਹੀਂ ਕਹਿ ਦੇਣਾ। ਬੰਦ ਖਲਾਸੀ ਭਾਣਾ ਹੋਏ। ਹੋਰ ਆਖ ਨਾ ਸਕੈ ਕੋਇ। ਹੋਰ ਪਾਤੇ ਵਿਸਰਾਮ ਸਹੀ ਹੈ। ਜੇ ਕੋ ਖਾਇਕ ਆਖਣ ਪਾਏ। ਉਹ ਜਾਣੈ ਜੇਤੀਆ ਮੁਹ ਖਾਏ। ਹਾਂ, ਮੋਹ ਉਚਾਰਨ ਕਰਨਾ। ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ। ਚਾਲ ਅਨੁਸਾਰ ਸੇ ਭੇ ਤੇ ਹੀ ਵਿਸਰਾਮ ਹੈ, ਤੇ ਅਰਥ ਅਨੁਸਾਰ ਆਖੈ ਸੇ ਭੇ ਕੀ ਕੇ। ਆਖੈ ਸੇ ਭੇ ਕੀ ਕੇ। ਜਿਸਨੋ ਬਖਸੇ ਬਖਸੇ ਕੱਕੇ ਨਾਲ ਨਹੀਂ, ਬਖਸੇ। ਜਿਸ ਨੂੰ ਬਖਸੇ। ਜਿਸਨੋ ਬਖਸੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹਿ। ਅਮੁੱਲ ਭਾਇ ਅਮੁੱਲਾ ਸਮਾਹਿ। ਅਮੁੱਲ ਧਰਮ ਅਮੁੱਲ ਦੀਵਾਨ। ਦੀਵਾਨ ਨਹੀਂ ਕਹਿਣਾ, ਦੱਦੇ ਸਿਹਾਰੀ ਹੋਵੇ ਫਿਰ ਦੀਵਾਨ। ਇਹ ਬਿਹਾਰੀ ਦੀਰਘ ਮਾਤਰਾ ਹੈ, ਦੀਵਾਨ। ਅਮੁੱਲ ਤੁਲ ਅਮੁੱਲ ਪ੍ਰਵਾਨ। ਇਹ ਵੀ ਰਾਰਾ ਪੂਰਾ ਹੈ, ਪਰਵਾਨ। ਪਰਵਾਨ ਪ੍ਰਵਾਨ ਨਹੀਂ ਕਹਿਣਾ, ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਅਮੁੱਲ ਕਰਮ ਅਮੁੱਲ ਫਰਮਾਨ। ਫੱਫਾ ਸ਼ੁੱਧ ਬੋਲਣਾ ਹੈ, ਫੁਰਮਾਨ। ਫੱਫਾ ਫੁਰਮਾਨ। ਅਮੁੱਲ ਅਮੁੱਲ ਆਖਿਆ ਨ ਜਾਏ। ਆਖ ਆਖ ਰਹੇ ਲਿਵ ਲਾਏ। ਆਖਹਿ ਵੇਦ ਪਾਠ ਪੁਰਾਣ। ਪ੍ਰਾਣ ਨਹੀਂ ਕਹਿ ਦੇਣਾ, ਪ੍ਰਾਣ ਦਾ ਤਾਂ ਅਰਥ ਵੀ ਹੋਰ ਹੋ ਜਾਂਦਾ ਹੈ। ਪੁਰਾਣ ਪੱਪੇ ਔਂਕੜ ਦੇ ਨਾਲ ਜਿਹੜੇ 18 ਪ੍ਰਾਣ ਹੈ ਉਹਨਾਂ ਦਾ ਵਾਚਕ ਹੈ। ਪ੍ਰਾਣ ਤਾਂ ਹੁੰਦੇ ਆ ਸਰੀਰ 'ਚ ਜਿਹੜੇ ਸਵਾਸ ਹੁੰਦੇ ਆ, ਪ੍ਰਾਣ ਹੁੰਦੇ ਆ। ਆਖਹਿ ਪੜੇ ਕਰਹਿ ਵਖਿਆਣ। ਹਾਂਜੀ, ਆਖੈ ਪੜੇ, ਪੜੇ ਉਚਾਰਨ ਕਰਨਾ ਹੈ। ਨਵੀਨ ਜਿਹੜੇ ਹਨ ਉਹ ਇਹਦਾ ਉਚਾਰਨ ਆਖੈ ਕਰਾਉਂਦੇ ਹਨ, ਆਖਦੇ ਹਨ, ਪਰੰਤੂ ਸੰਪਰਦਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜੇ ਆਖੈ ਪਦ ਹੋਵੇ ਤਾਂ ਖੱਖੇ ਦਲਾਵਾਂ ਦੇ ਨਾਲ ਇੱਕ ਵਚਨ ਹੈ, ਆਖਦਾ ਹੈ। ਹਾਹੇ ਦੀ ਸਿਹਾਰੀ ਦੇ ਨਾਲ ਤੇ ਆਪਣੇ ਆਪ ਹੀ ਬਹੁ ਵਚਨ ਹੋ ਜਾਂਦਾ ਹੈ, ਆਖੈ। ਇਸ ਕਰਕੇ ਆਖੈ ਹੀ ਉਚਾਰਨ ਕਰਨਾ ਹੈ, ਆਖੈ ਨਹੀਂ ਕਹਿਣਾ ਹੈ ਬਿੰਦੀ ਲਾ ਕੇ। ਆਖੈ ਪੜੇ ਕਰਹਿ ਵਖਿਆਣ। ਆਖਹਿ ਬਰਮੇ ਆਖਹਿ ਇੰਦ। ਆਖਹਿ ਗੋਪੀ ਤੈ ਗੋਵਿੰਦ। ਆਖਹਿ ਈਸਰ ਆਖਹਿ ਸਿੱਧ। ਆਖਹਿ ਕੇਤੇ ਕੀਤੇ ਬੁੱਧ। ਆਖਹਿ ਦਾਨਵ ਆਖਹਿ ਦੇਵ। ਆਖਹਿ ਸੁਰ ਨਰ ਮੋਨ ਜਨ ਸੇਵ। ਹਾਂ, ਆਖੈ ਬੋਲਣਾ, ਬਿੰਦੀ ਲਾ ਕੇ ਨਹੀਂ ਬੋਲਣਾ। ਆਖੈ ਸੁਰ ਨਰ ਮੋਨ ਜਨ ਸੇਵ। ਕੇਤੇ ਆਖਹਿ ਆਖਣ ਪਾਹਿ। ਕੇਤੇ ਕਹਿ ਕਹਿ ਉਠ ਉਠ ਜਾਹਿ। ਏਤੇ ਕੀਤੇ ਹੋਰ ਕਰੇਹ।
ਤਾ ਆਖ ਨ ਸਕਹਿ ਕੇਈ ਕੇ। ਤਾ ਤਤੇ ਕੰਨਾ ਤਾ ਆਖ ਨਾ ਸਕਹਿ ਕੀ ਕੇ। ਜੀਵਡ ਭਾਵੈ ਜੀਵਡ ਇਸ ਤਰ੍ਹਾਂ ਤੀਵਡ ਇਸ ਤਰ੍ਹਾਂ ਬੋਲਣਾ ਹੈ। ਜੀਵਡ ਭਾਵੈ ਤੀਵਡ ਹੋਏ। ਜੀਵਡ ਭਾਵੈ ਤੇਵਡ ਹੋਏ। ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕੇਹਾ ਸੋ ਘਰ ਕੇਹਾ। ਇਹ ਸੋਦਰ ਇਕੱਠਾ ਨਹੀਂ ਕਹਿ ਦੇਣਾ। ਸੋ ਦਰ ਕੇਹਾ ਸੋ ਘਰ ਕੇਹਾ। ਜਿਤ ਵਹ ਸਰਬ ਸਮਾਲੇ। ਇਹ ਵਹਿ ਨਹੀਂ ਬੋਲਣਾ, ਬੱਬੇ ਨਾਲ ਬੋਲਣਾ ਹੈ। ਜਿਤ ਬਹਿ ਇਕੱਠਾ ਨਹੀਂ ਕਹਿ ਦੇਣਾ। ਜੇਤ ਬਹਿ ਸਰਬ ਸਮਾਲੇ। ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ। ਵਾਵਣ ਹਾਰੇ ਇਕੱਠਾ ਹੀ ਹੈ। ਕੇਤੇ ਰਾਗ ਪਰਿਸਿਓ ਕਹੀਨ ਕੇਤੇ ਗਾਵਣ ਹਾਰੇ। ਕੀਤੇ ਰਾਗ ਪਰੀ ਸਿਓ ਕਹੀਨ ਕੀਤੇ ਗਾਵਣ ਹਾਰੇ। ਗਾਵਹਿ ਤੁਹਨੋ ਪੌਣ ਪਾਣੀ ਬੈਸੰਤਰ। ਤੋਹਨੋਂ ਪਦ ਤੇ ਠਮਕ ਲਾ ਦੇਣੀ ਹੈ। ਗਾਵ ਹੈ ਤੋਹਨੋਂ ਪੌਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ। ਰਾਜਾ ਧਰਮ ਜਿਹੜਾ ਹੈ ਉਹ ਇਕੱਠਾ ਹੀ ਪਾਠ ਹੈ। ਗਾਵੈ ਰਾਜਾ ਧਰਮ ਅਰਥ ਕਰਨ ਲੱਗਿਆ ਧਰਮ ਰਾਜਾ ਹੋਏਗਾ। ਇੱਥੇ ਵੀ ਇਹ ਸਪਸ਼ਟ ਹੋ ਜਾਂਦਾ ਹੈ। ਦੇਖੋ ਪਿੱਛੇ ਗਾਵ ਹੈ ਪਦ ਆ ਰਿਹਾ ਹੈ, ਗਾਉਂਦੇ ਹਨ। ਹੁਣ ਇੱਕ ਵਚਨ ਆ ਗਿਆ ਗਾਵੈ, ਗਾਉਂਦਾ ਹੈ। ਵਾਵੀ ਦੀਆਂ ਦਲਾਵਾਂ ਦੇ ਨਾਲ ਇੱਕ ਵਚਨ ਬਣ ਗਿਆ ਹੈ ਤੇ ਹਾਹੇ ਦੀ ਸਿਹਾਰੀ ਨਾਲ ਗਾਉਂਦੇ ਹਨ। ਇਸੇ ਤਰ੍ਹਾਂ ਪਿੱਛੇ ਅੱਖ ਹੈ ਜਿਹੜਾ ਹੈ ਆਖਦੇ ਹਨ। ਜੇ ਖੱਖੇ ਦਲਾਵਾਂ ਨਾਲ ਹੋਣ ਫਿਰ ਆਖਦਾ ਹੈ। ਇਸ ਕਰਕੇ ਬਹੁ ਵਚਨ ਬਿੰਦੀ ਦੇ ਨਾਲ ਨਹੀਂ ਹੁੰਦਾ। ਬਿੰਦੀ ਤੋਂ ਬਗੈਰ ਹਾਹੇ ਦੇ ਸਿਹਾਰੀ ਲੱਗ ਗਈ ਇਹ ਤਾਂ ਪਹਿਲਾਂ ਹੀ ਬਹੁ ਵਚਨ ਹੈ। ਇਸ ਕਰਕੇ ਇਹ ਬਿੰਦੀ ਲਾ ਕੇ ਨਹੀਂ ਉਚਾਰਨ ਕਰਨਾ ਹੈ। ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵਹਿ ਇੰਦ ਇਦਾਸਣ ਬੈਠੇ। ਹਾਂਜੀ ਗਾਵ ਹੈ ਇੰਦ ਇੱਥੇ ਠਮਕ ਲਾ ਦੇਣੀ ਹੈ। ਇਦਾਸਣ ਬੈਠੇ। ਇਦਾਸਣ ਪਾਠ ਕਰਨਾ ਹੈ। ਇਹ ਤਿੰਨ ਸੋਦਰ ਹਨ। ਇੱਕ ਤਾਂ ਜਪਜੀ ਸਾਹਿਬ 'ਚ ਹੈ, ਇੱਕ ਰਹਿਰਾਸ ਸਾਹਿਬ ਵਿੱਚ ਹੈ, ਇੱਕ ਆਸਾ ਰਾਗ ਦੇ ਆਰੰਭ ਵਿੱਚ ਸੋਦਰ ਆਉਂਦਾ ਹੈ। ਔਰ ਇਹਨਾਂ ਤਿੰਨਾਂ ਦੇ ਥੋੜ੍ਹੇ ਥੋੜ੍ਹੇ ਪਾਠਾਂ ਦੇ ਵਿੱਚ ਫਰਕ ਹੈ। ਇਸ ਕਰਕੇ ਕਿਤੇ ਇੰਦਰਾਸਣ ਹੈ, ਕਿਤੇ ਇੰਦਾਸਣ ਹੈ, ਕਿਤੇ ਇਦਾਸਣ ਹੈ। ਇਸ ਕਰਕੇ ਇੱਥੇ ਇਦਾਸਣ ਉਚਾਰਨ ਕਰਨਾ, ਟਿੱਪੀ ਨਹੀਂ ਹੈਗੀ ਹੈ। ਗਾਵ ਹੈ ਇੰਦ ਇਦਾਸਣ ਬੈਠੇ। ਦੇਵਤਿਆ ਦਰ ਨਾਲੇ। ਦੇਵਤ ਆਦਰ ਨਾਲੇ ਪਾਠ ਨਹੀਂ ਕਰਨਾ। ਦੇਵਤਿਆ ਦਰ ਨਾਲੇ। ਉਦਾਸੀ ਸੰਪਰਦਾ ਵਾਲੇ ਦੇਵਤ ਆਦਰ ਨਾਲੇ ਪਾਠ ਕਰਾਉਂਦੇ ਹਨ। ਮੁੱਖ ਦੇਵਤਿਆ ਦਰ ਨਾਲੇ। ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ। ਸਿੱਧ ਤੇ ਥੋੜੀ ਜੀ ਠਮਕ ਜੀ ਲਾ ਕੇ ਬੋਲੋ। ਗਾਵ ਹੈ ਸਿੱਧ ਸਮਾਧੀ ਅੰਦਰ। ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ। ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ। ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨ ਮੋਹਨ। ਮਨ ਮੋਹਨ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ। ਗਾਵ ਹੈ ਮੋਹਣੀਆਂ ਮਨ ਮੋਹਨ। ਸੁਰਗਾ ਮੱਛ ਪਿਆਲੇ। ਮੱਛ ਥੋੜਾ ਜਿਹਾ ਕਸ ਕੇ ਬੋਲਣਾ ਹੈ। ਮੱਛ ਨਹੀਂ ਕਹਿ ਦੇਣਾ। ਸੁਰਗਾ ਮੱਛ। ਪਿਆਲੇ ਨਹੀਂ ਕਹਿਣਾ, ਪਿਆਲੇ। ਗਾਵਨ ਰਤਨ ਉਪਾਏ ਤੇਰੇ। 68 ਤੀਰਥ ਨਾਲੇ। ਇਹ 68 ਤੀਰਥ ਇੱਥੇ ਥੋੜਾ ਜਿਹਾ ਠਹਿਰਾ ਦੇਣਾ। 68 ਤੀਰਥ ਨਾਲੇ। ਨਾਲੇ ਬੋਲਣਾ, ਨਾਲੇ ਨਹੀਂ ਕਹਿਣਾ ਹੈ। ਗਾਵ ਹੈ ਜੋਧ ਮਹਾਬਲ ਸੂਰਾ। ਇਹ ਤਿੰਨੇ ਪਦ ਜਿਹੜੇ ਆ ਨਾ ਗਾਵ ਹੈ ਗਾਉਂਦੇ ਹਨ। ਜੋਧ ਜੋਧੇ, ਮਹਾਬਲ ਮਹਾਬਲੀ, ਸੂਰਾ ਅਤਿਰਥੀ ਸੂਰਮੇ। ਇਹ ਤਿੰਨ ਕਿਸਮਾਂ ਹਨ। ਜੋਧਾ, ਮਹਾਬਲੀ ਅਤੇ ਅਤਿਰਥੀ ਸੂਰਮਾ। ਗਾਵ ਹੈ ਖਾਣੀ ਚਾਰੇ।
ਗਾਵਹਿ ਖੰਡ ਮੰਡਲ ਵਰ ਭੰਡਾ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਧ ਨੋ ਗਾਵਹਿ ਜੋ ਨਹੀਂ ਜੀ ਹੈ ਬੋਲੋ ਸਈ ਤੁਧ ਨੋ ਗਾਵਹਿ ਠੀਕ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਭਾਵਨ ਤੇ ਵਿਸਰਾਮ ਲਾਉਣਾ ਹੈ ਸੇ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਇੱਥੇ ਵਿਸਰਾਮ ਹੈ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਹੋਰ ਕੀਤੇ ਗਾਵਨ ਇੱਥੇ ਠਮਕ ਹੈ ਸੇ ਇੱਥੇ ਵੀ ਥੋੜੀ ਜਿਹੀ ਯਮਕ ਜੀ ਲਾ ਕੇ ਬੋਲਣਾ ਹੈ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਆਵਨ ਪਦ ਤੇ ਵਿਸਰਾਮ ਹੈ ਨਾਨਕ ਇੱਥੇ ਯਮਕ ਜੀ ਲਾ ਕੇ ਬੋਲਣਾ ਹੈ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਇਹ ਵੀ ਵਿਸਰਾਮ ਸਾਹਿਬ ਪਦ ਤੇ ਲਾਉਣਾ ਹੈ ਅੱਜ ਜਿਹੜੇ ਨਵੀਨ ਹਨ ਉਹ ਇਸ ਤਰ੍ਹਾਂ ਆਪਣੀ ਮਨਮਰਜ਼ੀ ਨਾਲ ਵਿਸਰਾਮ ਲਾਉਂਦੇ ਹਨ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਇਹ ਬਿਲਕੁਲ ਅਸ਼ੁੱਧ ਵਿਸਰਾਮ ਹੈ ਸੋਈ ਸੋਈ ਸਦਾ ਸੱਚ ਸਾਹਿਬ ਇੱਥੇ ਵਿਸਰਾਮ ਹੈ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਇਹ ਵੀ ਪਾਦ ਵੱਖਰੇ ਵੱਖਰੇ ਪੜ੍ਹਨੇ ਹਨ ਹੈ ਭੀ ਹੁਸੀ ਹੈ ਵਰਤਮਾਨ ਸਮੇਂ ਦਾ ਵਾਚਕ ਹੈ ਭੀ ਬੀਤ ਚੁੱਕੇ ਸਮੇਂ ਦਾ ਵਾਚਕ ਹੈ ਹੁਸੀ ਆਉਣ ਵਾਲੇ ਸਮੇਂ ਦਾ ਵਾਚਕ ਹੈ ਭਵਿੱਖਤ ਸਮੇਂ ਦਾ ਵਾਚਕ ਹੈ ਭੀ ਹੁਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਜਿਨਸੀ ਪਦ ਤੇ ਵਿਸਰਾਮ ਹੈ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਹਾਂ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹਾ ਪਾਤ ਸਾਹਿਬ ਹਾਂ, ਇਹ ਪਾਤਸ਼ਾਹ ਬੋਲਣਾ ਹੈ, ਪਾਤਸ਼ਾਹ ਨਹੀਂ ਕਹਿਣਾ ਪਾਤਸ਼ਾਹ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਹਾਂਜੀ ਮੁੰਦਾ ਸੰਤੋਖ ਸਰਮ ਪਤ ਝੋਲੀ ਪਤ ਦਰਮਿਆਨਾ ਜਾ ਬੋਲਣਾ ਹੈ ਝੋਲੀ ਪੋਲਾ ਬੋਲਣਾ ਹੈ ਝੋਲੀ ਨਹੀਂ ਕਹਿਣਾ ਹੈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਰਹਿ ਪਦ ਤੇ ਥੋੜਾ ਜਿਹਾ ਠਹਿਰਾ ਦੇ ਦਿਓ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਇਹ ਖਿੰਥਾ ਪਦ ਤੇ ਯਮਕ ਲਾ ਕੇ ਥੋੜਾ ਜਿਹਾ ਰੁਕ ਕੇ ਬੋਲਣਾ ਹੈ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਹਾਂ ਪ੍ਰਤੀਤ ਰਾਰਾ ਪੂਰਾ ਬੋਲਣਾ ਹੈ ਪ੍ਰਤੀਤ ਨਹੀਂ ਕਹਿਣਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਜੀਤੈ ਪਦ ਕਸ ਕੇ ਬੋਲਣਾ ਹੈ ਮਨ ਜੀਤੈ ਜਗਜੀਤ ਨਹੀਂ ਕਹਿਣਾ ਹੈ ਜਗ ਜੀਤ ਵੱਖਰਾ ਵੱਖਰਾ ਬੋਲਣਾ ਹੈ ਆਦੇਸ ਤਿਸੈ ਆਦੇਸ ਆਦੇਸ਼ ਨਹੀਂ ਕਹਿਣਾ ਹੈ ਐੜੇ ਕੰਨਾ ਲਾ ਕੇ ਇਕੱਠਾ ਪਾਠ ਬੋਲਣਾ ਹੈ ਆਦੇਸ਼ ਨਹੀਂ ਕਹਿਣਾ ਹੈ ਆਦੇਸ਼ ਨਮਸਕਾਰ ਹੈ ਆਦੇਸ਼ ਇਹ ਸਿੱਧਾਂ ਦਾ ਬੋਲਾ ਹੈ ਸਿੱਧ ਕਹਿੰਦੇ ਸੀ ਮਹਾਰਾਜ ਨੂੰ ਆਦੇਸ਼ ਮਹਾਰਾਜ ਕਹਿੰਦੇ ਤਿਸੈ ਆਦੇਸ਼ ਤਿਸ ਵਾਹਿਗੁਰੂ ਨੂੰ ਆਦੇਸ਼ ਨਮਸਕਾਰ ਕਰੋ ਭਾਈ ਆਦ ਅਨੀਲ ਅਨਾਦ ਅਨਾਹਤ ਇਹ ਵੀ ਕਈ ਵਾਰ ਨਾ ਆਦ ਨੀਲ ਅਨਾਦ ਅਨਾਹਤ ਇੰਜੂ ਪੜ ਜਾਂਦੇ ਹਨ ਵੱਖਰਾ ਨਖੇਰ ਕੇ ਪਦ ਬੋਲਨੇ ਹਨ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਭੰਡਾਰਨ ਉੱਤੇ ਟਿੱਪੀ ਲੱਗੀ ਹੋਈ ਹੈ ਭੰਡਾਰਨ ਨਹੀਂ ਕਹਿਣਾ ਉੱਤੇ ਟਿੱਪੀ ਨਾਲ ਭੰਡਾਰਨ ਘਾਟ ਘਾਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਸਭ ਜਾ ਨਹੀਂ ਬੋਲਣਾ ਹੈ ਆਪ ਨਾਥ ਨਾਥੀ ਸਭ ਜਾ ਕੀ ਪਾਠ ਸੰਬੰਧਕ ਹੈ ਰਿੱਧ ਸਿੱਧ ਅਵਰਾ ਸਾਧ ਸਾਧ ਦੱਦੇ ਦੇ ਨਾਲ ਬੋਲਣਾ ਹੈ ਇਹਨੂੰ ਸਾਧ ਨਹੀਂ ਕਹਿ ਦੇਣਾ ਹੈ ਸਾਧ ਸਾਧੂ ਦਾ ਵਾਚਕ ਹੈ ਸਾਧ ਸਵਾਦ ਦਾ ਵਾਚਕ ਹੈ ਦੱਦੇ ਦੇ ਨਾਲ ਸੰਜੋਗ ਵਿਜੋਗ ਦੋਏ
ਕਾਰ ਚਲਾਵਹਿ। ਸੰਜੋਗ ਵਿਜੋਗ ਦੋਏ ਦੋਏ ਪਦ ਤੇ ਠਮਕ ਲਾ ਕੇ ਉਚਾਰਨ ਕਰਨਾ ਹੈ। ਗੁਰਬਾਣੀ ਵਿੱਚ ਬਹੁਤ ਪੰਕਤੀਆਂ ਐਸੀਆਂ ਆਉਂਦੀਆਂ, ਅੱਗੇ ਵੀ ਆ ਜਾਏਗਾ। ਦਿਨਸ ਰਾਤ ਦੋਏ ਦਾਈ ਦਾਇਆ, ਦਿਵਸ ਰਾਤ ਦੋਏ ਦਾਈ ਦਾਇਆ, ਸੁਖ ਦੁਖ ਦੋਏ ਕੱਪੜੇ ਪਹਿ ਰਹਿ ਜਾਏ ਮਨੁੱਖ। ਇਸ ਕਰਕੇ ਦੋਏ ਪਦ ਤੇ ਠਮਕ ਲਾ ਕੇ ਉਚਾਰਨ ਕਰਨਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ। ਚਲੋ ਜੀ। ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ। ਵਿਆਹੀ ਨਹੀਂ ਕਹਿਣਾ, ਵਿਆਹੀ ਪੋਲਾ ਬੋਲਣਾ ਹੈ। ਏਕਾ ਮਾਈ ਜੁਗਤ ਵਿਆਹੀ। ਤਿੰਨ ਚੇਲੇ ਪਰਵਾਨ। ਇਹ ਤਿੰਨ ਥੋੜਾ ਜਿਹਾ ਕਸ ਕੇ ਬੋਲਣਾ ਹੈ। ਤਿੰਨ ਇੱਥੇ ਪੋਲਾ ਨਹੀਂ ਬੋਲਣਾ, ਕਸ ਕੇ ਬੋਲਣਾ ਹੈ। ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ। ਇਹ ਸੰਸਾਰੀ ਨੰਨਾ ਪੂਰਾ ਲਾ ਕੇ ਸੰਸਾਰੀ ਨਹੀਂ ਕਹਿਣਾ। ਇੱਕ ਸੰਸਾਰੀ ਇੱਕ ਭੰਡਾਰੀ। ਇੱਕ ਲਾਏ ਦੀ ਬਾਣ। ਹਾਂ, ਇਹ ਪਾਠ ਇਸੇ ਤਰ੍ਹਾਂ ਹੀ ਬੋਲਣਾ ਹੈ। ਇੱਕ ਲਾਏ ਦੀ, ਇੱਥੇ ਠਮਕ ਲਾ ਦੇਣੀ ਹੈ। ਵੱਖਰਾ ਪਾਠ ਕਰਨਾ ਹੈ। ਦੀਵਾਨ ਇਕੱਠਾ ਨਹੀਂ ਬੋਲਣਾ। ਇੱਕ ਦੀ ਲੈਤਾ ਕਰਨ ਦੀ ਬਾਣ ਹੈ, ਆਦਤ ਹੈ, ਸੁਭਾਅ ਹੈ। ਇੱਕ ਲਾਏ ਦੀ ਬਾਣ। ਦੂਸਰਾ ਪਾਠ ਦੀਵਾਨ ਵੀ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ। ਉਹਨਾਂ ਊੜਾ ਖੁੱਲੇ ਮੂੰਹ ਵਾਲਾ ਹੈ, ਉਹਨਾਂ ਨਹੀਂ ਕਹਿਣਾ। ਉਹ ਵੇਖੈ ਉਹਨਾਂ ਨਦਰ ਨਾ ਆਵੈ। ਬਹੁਤਾ ਇਹੋ ਵਿਡਾਣ। ਆਦੇਸ਼ ਇਕੱਠਾ ਆਦੇਸ਼। ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ। ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ। ਆਸਣ ਲੋਏ, ਆਸਣ ਲੋਏ ਲੋਏ ਨਹੀਂ ਕਹਿਣਾ। ਆਸਣ ਲੋਏ ਲੋਏ ਭੰਡਾਰ। ਹਰੇਕ ਲੋਕ ਦੇ ਵਿੱਚ ਉਸ ਵਾਹਿਗੁਰੂ ਦਾ ਆਸਣ ਹੈ। ਹਰੇਕ ਲੋਕ ਦੇ ਵਿੱਚ ਉਸ ਦੇ ਭੰਡਾਰੇ ਜਿਹੜੇ ਨੇ ਲਬਾ ਲਬ ਨੱਕੋ ਨੱਕ ਭਰੇ ਹੋਏ ਹਨ। ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਦੂ ਜੀਬੋ ਲੱਖ ਹੋਏ। ਹਾਂ, ਇਹ ਇੱਕ ਦੂ ਜਿਹੜਾ ਪਾਠ ਹੈ ਸੰਬੰਧਕ ਬੋਲਣਾ ਹੈ। ਜੀਭੋ, ਇਸ ਦਾ ਉਚਾਰਨ ਜੀਭੋ ਉਚਾਰਨ ਕਰਨਾ ਹੈ। ਜੀਭੋ ਨਹੀਂ ਕਹਿਣਾ। ਜੀਭੋ ਨਹੀਂ ਬੱਬੇ ਨਾਲ ਬੋਲਣਾ ਹੈ। ਭੱਬੇ ਦੇ ਕਨੌੜਾ ਹੈ। ਇੱਕ ਦੂ ਜੀਭੋ ਲੱਖ ਹੋਏ। ਲੱਖ ਹੋਵੈ ਲੱਖ 20। 20 ਵਾਵੇ ਨਾਲ ਬੋਲਣਾ ਹੈ, ਬੱਬੇ ਦੇ ਨਾਲ ਨਹੀਂ ਬੋਲਣਾ। 20 ਨਹੀਂ ਕਹਿਣਾ ਹੈ। ਲੱਖ ਹੋਵੈ ਲੱਖ 20। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਹਾਂ, ਇਹ ਵੀ ਜਗਦੀਸ਼ ਨਹੀਂ ਕਹਿਣਾ। ਥੋੜਾ ਜਿਹਾ ਕਸ ਕੇ ਬੋਲਣਾ ਹੈ। ਏਕ ਨਾਮ ਜਗਦੀਸ਼, ਜਗਦੀਸ਼ ਇਸ ਤਰ੍ਹਾਂ ਬੋਲਣਾ ਹੈ। ਏਤ ਰਾਹੇ ਪਤ ਪਵੜੀਆ ਚੜੀਐ ਹੋਏ 21। 21 21 ਉਚਾਰਨ ਕਰਨਾ ਹੈ। ਏ ਤਰਾਹ ਪਤ ਪਵੜੀਆ ਚੜੀਐ ਹੋਏ 21। ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ। ਨਾਨਕ ਇਹ ਗੱਲਾਂ ਹੀ ਬੋਲਣਾ ਹੈ। ਗੁਰਬਾਣੀ 'ਚ ਗੱਲਾਂ ਵੀ ਪਦ ਆ ਜਾਂਦਾ ਹੈ। ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ। ਉੱਥੇ ਸ੍ਰੀ ਰਾਗ ਦੇ ਵਿੱਚ ਗੱਲਾਂ ਲੱਲੇ ਦੇ ਕੰਨੇ ਉੱਤੇ ਬਿੰਦੀ ਲੱਗੀ ਹੋਈ ਹੈ। ਇੱਥੇ ਗੱਲਾਂ ਹੀ ਉਚਾਰਨ ਕਰਨਾ ਹੈ। ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨਹਿ ਜੋਰ। ਹਾਂਜੀ, ਆਖਣ ਜੋਰ ਚੁੱਪੈ ਨਹਿ ਜੋਰ। ਜੋਰ ਨਾ ਮੰਗਣ ਗੱਗਾ ਲਾ ਕੇ ਮੰਗਣ। ਜੋਰ ਨਾ ਮੰਗਣ ਉੱਤੇ ਦੇਣ ਟਿੱਪੀ ਵੀ ਹੈ। ਮੰਗਣ ਕਵਾਂਗੇ ਤਾਂ ਟਿੱਪੀ ਰਹਿ ਜਾਏਗੀ। ਮੰਗਣ। ਜੋਰ ਨਾ ਮੰਗਣ ਦੇਣ ਨਾ ਜੋਰ।
ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੂਰ। ਜੀ ਇਹ ਵਿਸਰਾਮ ਸੰਪਰਦਾ ਦੇ ਵਿੱਚ ਜੋਰ ਨਾ ਰਾਜਮਾਲ ਇੱਥੇ ਲਵਾਇਆ ਜਾਂਦਾ ਹੈ। ਜੋਰ ਨਾ ਰਾਜਮਾਲ ਮਨ ਸੂਰ। ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ। ਇਹ ਦੋਵੇਂ ਵਿਸਰਾਮ ਇਸੇ ਤਰ੍ਹਾਂ ਹੀ ਲਾਉਣੇ ਹਨ, ਸੰਪਰਦਾ 'ਚ ਇਸੇ ਤਰ੍ਹਾਂ ਹੀ ਲਵਾਏ ਜਾਂਦੇ ਹਨ। ਜੋਰ ਨਾ ਇੱਥੇ ਵਿਸਰਾਮ, ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਛੁਟੈ ਇਸ ਤਰ੍ਹਾਂ ਬੋਲਣਾ। ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁਤੀ ਥਿਤੀ ਵਾਰ ਰੂਤੀ ਦਲੈਂਕੜ ਨਹੀਂ ਲਾਉਣੇ। ਰਾਤੀ ਰੁੱਤੀ ਥਿੱਤੀ ਵਾਰ। ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਜੀ ਵਿੱਚ ਪਦ ਤੇ ਵਿਸਰਾਮ ਹੈ। ਤਿਸ ਵਿੱਚ ਧਰਤੀ ਥਾਪ ਰੱਖੀ, ਇੱਥੇ ਠਮਕ ਲਾ ਕੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀਅ ਜੁਗਤ ਕੇ ਰੰਗ ਹਾਂਜੀ ਕੇ ਰੰਗ ਠੀਕ ਹੈ। ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇ ਵਿਚਾਰ। ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਨ। ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ। ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ। ਇੱਥੇ ਹੂੜਾ ਆ ਗਿਆ ਹੈ, ਇਹੋ ਉਚਾਰਨ ਕਰਨਾ ਹੈ। ਇੱਥੇ ਇਹੋ ਨਹੀਂ ਬੋਲਣਾ ਹੈ, ਹਾਹੇ ਔਂਕੜ ਨਹੀਂ। ਇੱਥੇ ਇਹੋ ਧਰਮ ਖੰਡ ਕਾ ਇਹੋ ਧਰਮ। ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼। ਹਾਂ, ਇਹ ਕਾਨ ਉਚਾਰਨ ਕਰਨਾ ਹੈ, ਭਾਰਾ ਕ੍ਰਿਸ਼ਨ ਦਾ ਵਾਚਕ ਹੈ। ਕਾਨ ਨਹੀਂ ਕਹਿਣਾ ਹੈ। ਕੀਤੇ ਕਾਨ ਮਹੇਸ਼। ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ। ਹਾਂਜੀ, ਕਰਮ ਭੂਮੀ ਸੰਬੰਧਕ ਪਾਠ ਹੈ। ਕੀਤੀਆ ਕਰਮ ਭੂਮੀ ਮੇਰ ਕੀਤੇ। ਕੇਤੇ ਧੂ ਉਪਦੇਸ਼। ਹਾਂ, ਧੂ ਉਚਾਰਨ ਕਰਨਾ ਹੈ ਦਲੈਂਕੜ ਦੇ ਨਾਲ। ਧੂ ਕਈ ਧੂ ਔਂਕੜ ਬੋਲ ਜਾਂਦੇ ਨੇ, ਧੂ ਇਸ ਤਰ੍ਹਾਂ ਨਹੀਂ ਬੋਲਣਾ। ਕੀਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮੁਨ ਕੇਤੇ। ਮੁੰਨ ਨਹੀਂ ਕਹਿਣਾ, ਮੋਨ ਪੋਲਾ ਬੋਲਣਾ ਹੈ। ਕੀਤੇ ਦੇਵ ਦਾਨਵ ਮੋਨ ਕੀਤੇ। ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ। ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ। ਦੋਵੇਂ ਕੱਕੇ ਸ਼ੁੱਧ ਇਸੇ ਤਰ੍ਹਾਂ ਬੋਲਨੇ ਹਨ। ਸੇਵਕ ਕੀਤੇ। ਨਾਨਕ ਅੰਤ ਨਾ ਅੰਤ। ਨਾਨਕ ਅੰਤ ਨਾ, ਇੱਥੇ ਠਹਿਰਾ ਦੇ ਕੇ ਬੋਲਣਾ ਹੈ, ਠਮਕ ਲਾ ਕੇ ਬੋਲਣਾ ਹੈ। ਨਾਨਕ ਅੰਤ ਨਾ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ। ਚਾਲ ਅਨੁਸਾਰ ਬਿਨੋਦ ਤੇ ਵਿਸਰਾਮ ਹੈ। ਤਿੱਥੈ ਨਾਦ ਬਿਨੋਦ ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾ ਕਥਿਆ ਨਾ ਜਾਹੇ। ਇੱਥੇ ਵੀ ਨੰਨੇ ਕੰਨਾ ਨਾ ਆ ਗਿਆ ਹੈ, ਤੱਤੇ ਕੰਨਾ ਹੈ ਤਾ। ਤਾ ਕੀਆ ਇਕੱਠਾ ਨਹੀਂ ਕਹਿ ਦੇਣਾ। ਤਾ ਕੀਆ ਗੱਲਾ ਕਥਿਆ ਨਾ ਜਾਹੇ। ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ। ਇਸੇ ਤਰ੍ਹਾਂ ਬੋਲਣਾ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ।
ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਸੁਰਾ ਸਿੱਧਾ ਕੀ, ਇਥੇ ਠਮਕ ਲਾ ਦੇਣੀ ਹੈ, ਕੀ ਸੁਧ ਨਹੀਂ ਕਹਿਣਾ ਹੈ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ RAM ਰਹਿਆ ਭਰਪੂਰ। ਇਹ ਭਰਪੂਰ ਪੱਪੇ ਦੇ ਨਾਲ ਉਚਾਰਨ ਕਰਨਾ ਹੈ, ਭਰਪੂਰ ਨਹੀਂ ਕਹਿ ਦੇਣਾ ਹੈ। ਕਈ ਪਦ ਐਸੇ ਹਨ ਉਹ ਸ਼ੁੱਧ ਉਚਾਰਨ ਸਿੱਖਣਾ ਪੈਂਦਾ ਹੈ ਉਹਨਾਂ ਦਾ। ਜਿਵੇਂ ਭਾਤਾਰ ਸ਼ਬਦ ਹੈ, ਜੇ ਉਹਨੂੰ ਪਧਾਰ ਬੋਲਾਂਗੇ ਧੱਦਾ ਲੱਗ ਜਾਂਦਾ ਹੈ, ਭਾਤਾਰ ਤੱਤੇ ਨਾਲ ਬੋਲਿਆ ਜਾਏਗਾ ਉੱਥੇ। ਇਸੇ ਤਰ੍ਹਾਂ ਇੱਥੇ ਵੀ ਭਰਪੂਰ ਬੋਲ ਜਾਂਦੇ ਆ, ਭੱਬਾ ਬੋਲ ਜਾਂਦੇ ਆ। ਇਹ ਉਚਾਰਨ ਕਰਨਾ ਹੈ ਭਰਪੂਰ, ਪੱਪੇ ਦੀ ਆਵਾਜ਼ ਆਉਣੀ ਚਾਹੀਦੀ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹਿ। ਕੱਸ ਕੇ ਅਤੇ ਪੋਲਾ ਵੀ ਇਸ ਢੰਗ ਨਾਲ ਉਚਾਰਨ ਕੀਤਾ ਜਾਵੇ ਕਿ ਚਾਲ ਦੇ ਵਿੱਚ ਕੋਈ ਫਰਕ ਨਾ ਪਵੇ। ਜ਼ਿਆਦਾ ਜਦੋਂ ਕੱਸ ਕੇ ਬੋਲਾਂਗੇ ਤਾਂ ਫਿਰ ਉਹ ਜ਼ਿਆਦਾ ਸ਼ੁੱਧ ਨਹੀਂ ਮੰਨਿਆ ਜਾਏਗਾ। ਤਿੱਥੈ ਸੀਤੋ ਸੀਤਾ, ਸੀਤੋ ਕੱਸ ਕੇ ਹੈ, ਸੀਤਾ ਪੋਲਾ ਹੈ। ਜੇ ਬੋਲਾਂਗੇ ਤਿੱਥੈ ਸੀਤੋ ਸੀਤਾ ਹੈ, ਫਿਰ ਉਹ ਥੋੜ੍ਹਾ ਜਿਹਾ ਬਹੁਤ ਜ਼ਿਆਦਾ ਗਲਤ ਜਿਹਾ ਹੋ ਜਾਏਗਾ। ਤਿੱਥੈ ਸੀਤੋ ਸੀਤਾ, ਸੀਤਾ ਪੋਲਾ ਬੋਲਣਾ ਹੈ, ਸੀਤੋ ਥੋੜ੍ਹਾ ਜਿਹਾ ਕੱਸ ਕੇ ਬੋਲਣਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹਿ, ਤਾਕੇ ਰੂਪ ਨ ਕਥਨੇ ਜਾਹਿ। ਨਾ ਉਹ ਮਰਹਿ ਨ ਠਾਗੇ ਜਾਹਿ। ਹਾਂਜੀ, ਇਹ ਵੀ ਨੰਨੇ ਕੰਨਾ ਨਾ, ਇਹ ਛੇਵਾਂ ਇੱਥੇ ਆ ਗਿਆ ਹੈ। ਨਾ ਉਹ ਮਰਹਿ, ਅਗਲਾ ਹੈ ਨਾ ਠਾਗੇ ਜਾਹਿ। ਜਿਨ ਕੈ RAM ਵਸੈ ਮਨ ਮਾਹਿ, ਤਿੱਥੈ ਭਗਤ ਵਸਹਿ ਕੇ ਲੋਹ। ਕਰਹਿ ਆਨੰਦ ਸੱਚਾ ਮਨ ਸੋਇ, ਸੱਚਖੰਡ ਵਸੈ ਨਿਰੰਕਾਰ। ਇਹ ਸੱਚਖੰਡ ਇਕੱਠਾ ਹੀ ਪਾਠ ਹੈ। ਸੱਚਖੰਡ ਵਸੈ ਨਿਰੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬਰ ਭੰਡ। ਜੇ ਕੋ ਕਥੈ ਤਾ ਅੰਤ ਨ ਅੰਤ। ਨਾ ਪਦ ਤੇ ਠਮਕ ਜੀ ਲਾ ਕੇ ਬੋਲਣਾ ਹੈ। ਜੇ ਕੋ ਕਥੈ, ਇੱਥੇ ਵਿਸਰਾਮ, ਤਾਂ ਅੰਤ ਨਾ ਅੰਤ। ਤਿੱਥੈ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਾਤ ਪਾਹਾਰਾ ਧੀਰਜ ਸੁਨਿਆਰ, ਇਹ ਜਾਤ ਪੋਲਾ ਹੀ ਬੋਲਣਾ ਹੈ। ਜਾਤ ਪਹਾਰਾ ਧੀਰਜ ਸੁਨਿਆਰ। ਅਹਰਣ ਮਤ ਵੇਦ ਹਥਿਆਰ, ਭਾਉ ਖੱਲਾ। ਇਸ ਨੂੰ ਅਹਰਨ ਹੀ ਕਹਿਣਾ ਹੈ, ਅਹਰਨ ਨਹੀਂ ਕਹਿਣਾ ਹੈ। ਅਹਰਨ ਮਤ ਵੇਦ ਹਥਿਆਰ ਦੀ ਬਿਹਾਰੀ ਨਾਲ ਬੋਲਣਾ ਹੈ, ਹਥਿਆਰ ਨਹੀਂ ਕਹਿਣਾ ਹੈ। ਭਾਉ ਖੱਲਾ ਅਗਨ ਤਪ ਤਾਉ, ਖੱਲਾ ਪਦ ਕਸ ਕੇ ਬੋਲਣਾ ਹੈ। ਭਉ ਖੱਲਾ ਅਗਨ ਤਾਪ ਤਾਵ। ਭਾਂਡਾ ਭਾਵ ਅੰਮ੍ਰਿਤ ਤਿਤ ਢਾਲ। ਇੱਥੇ ਜਪਜੀ ਸਾਹਿਬ ਦੇ ਵਿੱਚ ਪਹਿਲੀ ਵਾਰ ਬਿੰਦੀ ਆਈ ਹੈ। ਇੱਕ ਹੀ ਬਿੰਦੀ ਆਉਂਦੀ ਹੈ ਜਪਜੀ ਸਾਹਿਬ ਦੇ ਵਿੱਚ, ਇਹ ਧਿਆਨ ਰੱਖਣ ਵਾਲੀ ਗੱਲ ਹੈ। ਭਾਂਡਾ, ਇੱਥੇ ਬਿੰਦੀ ਆ ਗਈ ਹੈ। ਯਾਨੀ ਜਿੱਥੇ ਬਿੰਦੀ ਲੱਗੀ ਹੈ ਉੱਥੇ ਉਚਾਰਨ ਕਰਨੀ ਹੈ। ਇਹ ਸੰਪਰਦਾ 'ਚ ਦੱਸਿਆ ਜਾਂਦਾ ਹੈ। ਜਿੱਥੇ ਨਹੀਂ ਬਿੰਦੀ ਲੱਗੀ ਉੱਥੇ ਨਹੀਂ ਉਚਾਰਨ ਕਰਨੀ ਹੈ। ਕਈ ਨਵੀਨ ਜਿਹੜੇ ਗੁਟਕੇ ਛਪੇ ਹਨ ਉਹਨਾਂ ਦੇ ਵਿੱਚ ਬਹੁਤ ਬਿੰਦੀਆਂ ਦੀ ਭਰਮਾਰ ਕੀਤੀ ਗਈ ਹੈ। ਕਈ ਥਾਵਾਂ 'ਤੇ ਆਖੈਂ ਗਾਵੈਂ ਕਰਾਵੈਂ ਮਾਵੈਂ, ਯਾਨੀ ਇਹ ਇਸ ਤਰ੍ਹਾਂ ਉਚਾਰਨ ਕਰ ਦਿੱਤਾ ਹੈ ਵੀ ਨੱਕ ਦੇ ਵਿੱਚ ਹੀ ਬਿੰਦੀ ਕਰ ਦਿੱਤੀ ਹੈ। ਇਸ ਕਰਕੇ ਬਿੰਦੀ ਬਹੁਤ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਈ ਹੈ। ਕਿਤੇ ਕਾਇਆ ਪਦ ਆਇਆ ਹੈ, ਕਿਤੇ ਕਾਇਆ ਆਇਆ ਹੈ, ਕਿਤੇ ਗੱਲਾ ਆਇਆ ਹੈ, ਕਿਤੇ ਗੱਲਾਂ ਆਇਆ ਹੈ। ਇਸੇ ਤਰ੍ਹਾਂ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂ, ਲਗਾਤਾਰ ਇਹ 16-17 ਬਿੰਦੀਆਂ ਆਈਆਂ ਹਨ। ਤਾਂ ਪਦ 'ਤੇ ਬਿੰਦੀ ਬਹੁਤ ਵਾਰੀ ਬਿੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਈ ਹੈ। ਇਸ ਕਰਕੇ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ, ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਹੈ। ਇੱਥੇ ਭਾਂਡਾ ਭਾਵ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਸ਼ਬਦ ਬੱਬੇ ਨਾਲ ਬੋਲਣਾ ਹੈ, ਸ਼ਬਦ ਨਹੀਂ ਕਹਿਣਾ ਹੈ।
ਬੱਬਾ ਸ਼ੁੱਧ ਬੋਲਣਾ ਹੈ। ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ। ਜਿਨ ਕੋ ਨਹੀਂ ਕਹਿਣਾ ਹੈ, ਜੇਨ ਕਉ। ਕਉ ਦਾ ਉਚਾਰਨ ਜਿਹੜਾ ਹੈ ਊੜੇ ਔਂਕੜ ਹੈ, ਬੰਦ ਮੂੰਹ ਵਾਲਾ ਔੜਾ ਊੜਾ ਹੈ। ਜੇਨ ਕਉ ਨਦਰ ਕਰਮ, ਇੱਥੇ ਵਿਸਰਾਮ ਲਾਉਣਾ ਹੈ। ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਮਹੱਤ ਕਸ ਕੇ ਬੋਲਣਾ, ਮਹਿਤ ਨਹੀਂ ਕਹਿਣਾ ਹੈ। ਦਿਵਸ ਰਾਤ ਦੋਇ ਦਾਈ ਦਾਇਆ। ਦੋਏ ਪਦ ਤੇ ਥੋੜਾ ਜਿਹਾ ਠਹਿਰਾ ਦੇ ਕੇ ਦਾਈ ਦਾਇਆ, ਦਿਵਸ ਰਾਤ ਦੋਏ ਦੋਏ ਉਚਾਰਨ ਕਰਨਾ। ਦੋਏ ਨਹੀਂ ਕਹਿ ਦੇਣਾ ਦਿੱਦੇ ਹੂੜਾ ਈੜੀ ਲਾਂ ਦੇ ਨਾਲ। ਔਂਕੜ ਹੈ ਅਤੇ ਸਿਹਾਰੀ ਹੈ। ਦੋਏ ਇਸ ਤਰ੍ਹਾਂ ਬੋਲਣਾ। ਦਿਵਸ ਰਾਤ ਦੋਏ ਦਾਈ ਦਾਇਆ। ਖੇਲੈ ਸਗਲ ਜਗਤ ਖੇਲੈ ਸਗਲ ਜਗਤ। ਚੰਗਿਆਈਆ ਬੁਰਿਆਈਆ। ਚੰਗਿਆਈਆ ਉੱਤੇ ਟਿੱਪੀ ਲੱਗੀ ਹੋਈ ਹੈ, ਥੋੜਾ ਜਿਹਾ ਕਸ ਕੇ ਬੋਲਿਆ ਜਾਏਗਾ। ਚੰਗਿਆਈਆ ਬੁਰਿਆਈਆ। ਵਾਚੈ ਧਰਮ ਹਦੂਰ। ਚੰਗਿਆਈਆਂ ਬੁਰਿਆਈਆਂ ਨਹੀਂ ਬੋਲ ਦੇਣਾ, ਫਿਰ ਤੇ 10 ਬਿੰਦੀਆਂ ਲੱਗ ਜਾਂਦੀਆਂ, 8-10 ਬਿੰਦੀਆਂ ਲੱਗ ਜਾਂਦੀਆਂ। ਚੰਗੇ ਆਈਆਂ ਬੁਰੇ ਆਈਆਂ, ਯਾਨੀ ਇਸ ਤਰ੍ਹਾਂ ਇੰਨੀਆਂ ਢੇਰ ਸਾਰੀਆਂ ਬਿੰਦੀਆਂ ਨਹੀਂ ਲਾਉਣੀਆਂ। ਕਰਮੀ ਆਪੋ ਆਪਣੀ ਕੇ ਨਾਣੇ ਨਾਲ। ਨੇੜੇ ਕੇ ਦੂਰ। ਕਰਮੀ ਆਪੋ ਆਪਣੀ ਨਾਣੇ ਨਾਲ। ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ। ਇਸ ਨੂੰ ਵੀ ਬਹੁਤ ਜਿਹੜੇ ਨੇ ਜਿੰਨੀ ਕਹਿ ਜਾਂਦੇ ਹਨ। ਜਿੰਨੀ ਨਹੀਂ ਕਹਿਣਾ, ਜਿਨੀ ਪੋਲਾ ਬੋਲਣਾ। ਜਿਨੀ ਨਾਮ ਤੇ ਆਇਆ। ਗਏ ਮਸਕਤ ਘਾਲ। ਮਸਕਤ ਔਂਕੜ ਨਹੀਂ ਹੈਗਾ, ਕਈ ਮੁਸੱਕਤ ਕਹਿ ਜਾਂਦੇ ਨੇ ਔਂਕੜ ਲਾ ਕੇ, ਜਾਂ ਮੁਸ਼ੱਕਤ। ਨਵੀਨ ਕਹਿੰਦੇ ਇਸ ਨੂੰ ਮੁਸ਼ੱਕਤ ਬੋਲੋ। ਸ਼ਸ਼ੇ ਤੇ ਸੱਸੇ ਦੇ ਹੇਠਾਂ ਆਪਣੇ ਵੱਲੋਂ ਬਿੰਦੀ ਲਾ ਕੇ ਬੋਲੋ। ਗਏ ਮੁਸ਼ੱਕਤ ਨਹੀਂ ਕਹਿਣਾ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ। ਹਾਂ, ਨਾਨਕ ਪਾਤੀ ਯਮਕ ਲਾ ਕੇ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ। ਜਿਨੇ ਨਾਮ ਤੇ ਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।